ਵਾਹਿਗੁਰੂ। ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਨੇ ਕਿਰਪਾ ਕੀਤੀ, ਨਾਮ ਸਿਮਰਨ ਅਭਿਆਸ ਕਰਨ ਦਾ ਸਮਾਂ ਸਾਨੂੰ ਬਖਸ਼ਿਸ਼ ਕੀਤਾ। ਜੋ ਅਭਿਆਸ ਕਰਦੇ ਹਾਂ, ਸਾਸ ਗ੍ਰਾਸ ਸਿਮਰਨ, ਸਾਸ ਸਾਸ ਸਿਮਰਨ, ਬੈਖਰੀ ਬਾਣੀ ਦੇ ਵਿੱਚ ਭਾਵੇਂ ਕਰੀਏ, ਭਾਵੇਂ ਮਧਮਾ ਦੇ ਵਿੱਚ, ਭਾਵੇਂ ਪਸੰਤੀ ਬਾਣੀ ਦੇ ਵਿੱਚ, ਮਕਸਦ ਇਹੀ ਆ ਕਿ ਅਸੀਂ ਫੁਰਨਿਆਂ ਤੋਂ ਰਹਿਤ ਹੋਈਏ। ਫੁਰਨਿਆਂ ਤੋਂ ਰਹਿਤ ਹੋਈਏ ਅਤੇ ਆਪਣੇ ਘਰ ਦੇ ਵਿੱਚ ਸਾਡਾ ਮਨ ਬੈਠੇ, ਜਿੱਥੇ ਅਨਹਦ ਸ਼ਬਦ ਚੱਲਦੇ ਆ, ਜਿਸ ਨੂੰ ਦਸਮ ਦੁਆਰ ਕਹਿ ਦਿੱਤਾ ਆ, ਉੱਥੇ ਜਾ ਕੇ ਸਾਡੀ ਜਿਹੜੀ ਸੁਰਤੀ ਹੈ ਉਸ ਦਾ ਟਿਕਾਓ ਹੋਵੇ। ਹੁਣ ਕਈ ਵਾਰੀ ਕੋਈ ਹੁੰਦਾ ਹੈ ਸਿਚੁਏਸ਼ਨ ਕਿ ਅਸੀਂ ਉੱਚੀ ਦੇਣੀ ਨਹੀਂ ਅਭਿਆਸ ਕਰ ਸਕਦੇ, ਜਾਂ ਕਈ ਵਾਰੀ ਮਨ ਦੀ ਐਸੀ ਸਥਿਤੀ ਹੁੰਦੀ ਹੈ ਕਿ ਉੱਚੀ ਅਭਿਆਸ ਕਰਨ ਨੂੰ ਜੀਅ ਨਹੀਂ ਕਰਦਾ। ਅਤੇ ਇਹ 'ਚ ਕੋਈ ਹਰਜ ਨਹੀਂ ਹੁੰਦਾ ਕਿ ਮਧਮਾ ਬਾਣੀ ਦੇ ਵਿੱਚ ਹੀ ਅਭਿਆਸ ਕਰਨਾ ਜਾਂ ਪਸੰਤੀ ਬਾਣੀ ਦੇ ਵਿੱਚ ਹੀ ਕਰਨਾ, ਉਹ 'ਚ ਕੋਈ ਨੁਕਸਾਨ ਨਹੀਂ ਹੈ। ਸਿਰਫ ਅਸੀਂ ਆਪਣਾ ਮਨ ਦਾ ਦੇਖਣਾ ਹੁੰਦਾ ਇੱਕ ਸਥਿਤੀ ਕਿ ਸਾਨੂੰ ਵਿਚਾਰ ਜੇ ਜ਼ਿਆਦਾ ਆਉਂਦੇ ਆ ਮਧਮਾ ਬਾਣੀ ਦੇ ਵਿੱਚ ਕਰਨ ਦੇ ਨਾਲ ਅਭਿਆਸ, ਫਿਰ ਸਾਨੂੰ ਥੋੜ੍ਹਾ ਜਿਹਾ ਬੈਖਰੀ ਬਾਣੀ ਦੇ ਵਿੱਚ ਕਰ ਲੈਣਾ ਚਾਹੀਦਾ। ਜੇ ਪਸੰਤੀ ਬਾਣੀ ਦੇ ਵਿੱਚ ਅਭਿਆਸ ਕਰਦੇ ਹੋਏ ਸਾਨੂੰ ਵਿਚਾਰ ਜ਼ਿਆਦਾ ਆਉਂਦੇ ਆ, ਫਿਰ ਸਾਨੂੰ ਮਧਮਾ ਦੇ ਵਿੱਚ ਕਰ ਲੈਣਾ ਚਾਹੀਦਾ ਅਭਿਆਸ। ਅਤੇ ਆਪਣੇ ਮਨ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਫੁਰਨਿਆਂ ਤੋਂ ਰਹਿਤ ਕਰਨਾ। ਜਿਹੜਾ ਸੁੰਨ ਦੇ ਵਿੱਚ ਜਾਣਾ, ਜੋ ਸਾਡਾ ਅਸਲੀ ਘਰ ਆ, ਜਿੱਥੇ ਫੁਰਨਿਆਂ ਤੋਂ ਰਹਿਤ ਹੁੰਦਾ ਆ ਮਨ, ਉਸ ਦੇ ਵਿੱਚ ਅਸੀਂ ਨੈਚੁਰਲੀ ਜਾਣਾ ਆ ਅਭਿਆਸ ਕਰਦੇ ਕਰਦੇ ਵਿਚਾਰਾਂ ਨੂੰ ਰੋਕ ਰੋਕ ਕੇ। ਤਾਂ ਹੀ ਜਦੋਂ ਅਸੀਂ ਇੱਕ ਚਿੱਤ ਹੋ ਕੇ ਅਭਿਆਸ ਕਰਦੇ ਹਾਂ ਬੈਠ ਕੇ, ਜਾਂ ਅਸੀਂ ਸੰਗਤ ਵਿੱਚ ਵੀ ਅਭਿਆਸ ਕਰਦੇ ਹਾਂ, ਕੋਸ਼ਿਸ਼ ਇਹ ਕਰਨੀ ਹੁੰਦੀ ਆ ਕਿ ਸਿਮਰਨ ਕਰਦੇ ਕਰਦੇ ਸੁੰਨ ਵਿੱਚ ਜਾਣਾ। ਸੁੰਨ ਵਿੱਚ ਜਾਣਾ ਇਸ ਤਰੀਕੇ ਦੇ ਨਾਲ ਕਿ ਫੁਰਨਿਆਂ ਤੋਂ ਰਹਿਤ ਹੋ ਗਿਆ ਮਨ, ਬਲੈਂਕ ਆਊਟ ਹੋ ਗਿਆ, ਇੱਦਾਂ ਲੱਗੇ ਜਿਵੇਂ ਕਿ ਸੌਂ ਗਿਆ ਜੀਵ ਜਿਹੜਾ ਹੈ। ਹੁਣ ਕਈ ਵਾਰੀ ਉਂਝ ਜਦੋਂ ਸੰਗਤ ਵਿੱਚ ਅਭਿਆਸ ਕੀਤਾ ਜਾਂਦਾ, ਕਈ ਵਾਰੀ ਐਸਾ ਹੁੰਦਾ ਕਿ ਕਈ ਗੁਰਮੁਖ ਕਹਿ ਦਿੰਦੇ ਆ ਕਿ ਅੱਜ ਤੁਸੀਂ ਸੁੰਨ 'ਚ ਸਮਾਉਣਾ ਨਹੀਂ। ਉਹ ਕੋਈ ਨਾ ਕੋਈ ਵਿਧੀ ਨਾਲ, ਤਰੀਕੇ ਨਾਲ ਅਭਿਆਸ ਕਰਾ ਰਹੇ ਹੁੰਦੇ ਆ। ਕਈ ਵਾਰੀ ਉਹ ਸੁੰਨ 'ਚ ਨਹੀਂ ਜਾਣ ਦਿੰਦੇ ਕਿ ਸੁੰਨ 'ਚ ਨਹੀਂ ਜਾਣਾ, ਸੁੰਨ 'ਚ ਸਮਾਉਣਾ ਨਹੀਂ, ਤੁਸੀਂ ਜਾਗ ਕੇ ਅਭਿਆਸ ਹਜੇ ਕਰੀ ਜਾਓ ਕਿ ਵਿਚਾਰ ਵੱਧ ਤੋਂ ਵੱਧ ਰੋਕੇ ਜਾਣ। ਪਰ ਜਦੋਂ ਇਕਾਂਤ ਵਿੱਚ ਅਸੀਂ ਅਭਿਆਸ ਕਰਨਾ ਆ, ਆਪ ਘਰੇ ਬੈਠ ਕੇ ਅਭਿਆਸ ਕਰਨਾ ਆ, ਫਿਰ ਇਹੀ ਕੋਸ਼ਿਸ਼ ਕਰੀ ਜਾਣੀ ਹੈ ਕਿ ਅਸੀਂ ਅਭਿਆਸ ਕਰਦੇ ਕਰਦੇ ਸੁੰਨ ਵਿੱਚ ਜਾਣਾ। ਕਰਦੇ ਕਰਦੇ ਸਾਨੂੰ ਉਸ ਅਵਸਥਾ ਦੀ ਪ੍ਰਾਪਤੀ ਹੋ ਜਾਏ ਜਿੱਥੇ ਅਸੀਂ ਉਂਝ ਸੌਂ ਕੇ ਚਲੇ ਜਾਂਦੇ ਹਾਂ, ਜਿਹਨੂੰ ਆਮ ਭਾਸ਼ਾ ਦੇ ਵਿੱਚ ਅਸੀਂ ਨੀਂਦ ਕਹਿੰਦੇ ਹਾਂ, ਪਰ ਇਹ ਅਸਲ ਨੀਂਦ ਨਹੀਂ ਹੈ, ਕਿਉਂਕਿ ਅਸੀਂ ਵਿਚਾਰਾਂ ਤੋਂ ਰਹਿਤ ਹੋ ਕੇ ਆਪ ਜਾ ਰਹੇ ਹਾਂ ਉਸ ਅਵਸਥਾ ਦੇ ਵਿੱਚ। ਜਦੋਂ ਅਸੀਂ ਰਾਤ ਨੂੰ ਸੌਂਦੇ ਹਾਂ, ਸਾਡਾ ਜਿਹੜਾ ਮਨ ਆ ਫੁਰਨੇ ਵਿਚਾਰਾਂ ਦੇ ਵਿੱਚ ਹੁੰਦਾ ਆ, ਅਸੀਂ ਥੱਕੇ ਹੁੰਦੇ ਹਾਂ, ਅਤੇ ਕਾਲ ਨੂੰ ਹੁਕਮ ਹੁੰਦਾ ਹੈ ਪਰਮਾਤਮਾ ਵੱਲੋਂ ਕਿ ਇਹ ਭਵ ਸਾਗਰ ਨੂੰ ਬੰਦ ਕਰ ਲਾ, ਜਿਹਨੂੰ ਮਹਾਰਾਜ ਕਹਿੰਦੇ ਆ ਰਾਜਸ ਤਾਮਸ ਸਤ ਕਾਲ ਸਮਾਵੈ, ਸਸੀਅਰ ਕਹਿ ਕਰ ਸੂਰ ਸਮਾਵੈ, ਜੋਗ ਜੁਗਤ ਕੀ ਕੀਮਤ ਪਾਵੈ। ਕਿ ਰਜੋਗੁਣ ਤਮੋਗੁਣ ਅਤੇ ਸਤੋਗੁਣ ਕਾਲ ਆਪਣੇ ਵਿੱਚ ਸਮਾ ਲੈਂਦਾ ਆ ਜਦੋਂ ਉਹਨੂੰ ਹੁਕਮ ਹੁੰਦਾ ਪਰਮਾਤਮਾ ਵੱਲੋਂ। ਸਾਡਾ ਜਿਹੜਾ ਸੱਜਾ ਨੇਤਰ ਆ, ਇਹਨੂੰ ਸੂਰਜ ਕਹਿ ਦਿੱਤਾ, ਖੱਬੇ ਨੂੰ ਚੰਦਰਮਾ ਦਾ ਨਾਮ ਦਿੱਤਾ ਹੋਇਆ ਗੁਰਬਾਣੀ 'ਚ। ਅਤੇ ਅਸੀਂ ਇਹਨਾਂ ਦੋਨਾਂ ਨੇਤਰਾਂ ਰਾਹੀਂ ਆਪਣੇ ਮਨ ਦੀ ਜੋਤ ਦਾ ਇਸਤੇਮਾਲ ਕਰ ਰਹੇ ਹਾਂ। ਹੈਂਸ ਇਸ ਗੱਲ ਕਾਰਨ ਸਾਡਾ ਮਨ ਜਿਹੜਾ ਆ ਦੋ ਚਿੱਤੀ ਰਹਿੰਦਾ ਹੈ। ਜਦੋਂ ਰਾਤ ਦੇ ਸਮੇਂ ਇਹਦਾ ਕਾਲ ਤ੍ਰੈਗੁਣਾਂ ਨੂੰ ਬੰਨ੍ਹ ਲੈਂਦਾ, ਆਪਣੇ ਵਿੱਚ ਸਮਾ ਲੈਂਦਾ, ਅਤੇ ਸਾਡੇ ਜਿਹੜੇ ਸੂਰਜ ਵਾਲਾ ਨੇਤਰ ਆ ਇਹ ਖਾਲੀ ਹੋ ਜਾਂਦਾ ਆ, ਅਤੇ ਅਸੀਂ ਇੱਕ ਚਿੱਤ ਹੋ ਜਾਂਦੇ ਹਾਂ। ਖੱਬੇ ਪਾਸੇ ਦੇ ਅਸੀਂ ਇਸਤੇਮਾਲ ਕਰ ਰਹੇ ਹਾਂ ਚੰਦਰਮਾ ਦੇ। ਸਾਡਾ ਮਨ ਇਸ ਸਰੀਰ ਤੋਂ ਉੱਪਰ ਉੱਠ ਜਾਂਦਾ, ਪਰ ਫਿਰ ਵੀ ਕਿਉਂਕਿ ਅਸੀਂ ਨਾਮ ਅਭਿਆਸ ਕੀਤਾ ਨਹੀਂ ਹੁੰਦਾ, ਸਾਨੂੰ ਅਸਲ ਵਿੱਚ ਇਸ ਘਰ ਦੇ ਵਿੱਚੋਂ, ਸਰੀਰ ਵਿੱਚੋਂ ਕੱਢਿਆ ਗਿਆ, ਅਸੀਂ ਫਿਰ ਵੀ ਭਵ ਸਾਗਰ ਵਿੱਚ ਗਿਰ ਪੈਂਦੇ ਹਾਂ।
ਪ੍ਰਮਾਤਮਾ ਉਸ ਦੇ ਵਿੱਚੋਂ ਸਾਨੂੰ ਕੱਢਦੇ ਆ। ਅਤੇ ਅਸੀਂ ਜਦੋਂ ਫਿਰ ਆਪਣੇ ਘਰ 'ਚ ਪ੍ਰਵੇਸ਼ ਹੁੰਦੇ ਹਾਂ ਅਤੇ ਸਾਨੂੰ ਇੱਥੇ ਤ੍ਰਿਲੋਕੀ ਦੇ ਸੁਪਨੇ ਆਉਂਦੇ, ਕਿਉਂਕਿ ਉੱਥੇ ਵੀ ਜਾ ਕੇ ਸਾਡਾ ਧਿਆਨ ਇੱਧਰਲੇ ਪਾਸੇ ਰਹਿੰਦਾ ਹੈ। ਤਾਂ ਹੀ ਮਹਾਰਾਜ ਨੇ ਕਿਹਾ ਆ, ਕਬੀਰ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਕਿ ਮਨ ਨੂੰ ਸਾਰੀ ਜਾਣਕਾਰੀ ਉਂਝ ਦਿੱਤੀ ਹੋਈ ਆ, ਇਹਦੇ ਕੋਲ ਦੀਪਕ ਆ ਜਿਸ ਦੁਆਰਾ ਇਸ ਨੇ ਆਪਣੇ ਘਰ ਤੱਕ ਪਹੁੰਚਣਾ ਆਪ, ਪਰ ਉਹਦਾ ਇਸਤੇਮਾਲ ਨਹੀਂ ਕਰਦਾ, ਖੂਹ ਦੇ ਵਿੱਚ ਡਿੱਗ ਪੈਂਦਾ ਭਵ ਸਾਗਰ ਦੇ ਵਿੱਚ। ਅਤੇ ਭਵ ਜਲ ਡੂਬਤ ਚਿੰਤ ਕਰੇ, ਕਿ ਪਰਮਾਤਮਾ ਇਹਦਾ ਫਿਕਰ ਕਰਦੇ ਸਾਡੇ ਇਸ ਮਨ ਦਾ, ਇਸ ਨੂੰ ਕੱਢਦੇ ਆ ਵਿੱਚੋਂ। ਹਰੇਕ ਜੀਵ ਫਿਰ ਰਾਤ ਨੂੰ ਆਪਣੇ ਘਰ ਵਿੱਚ ਜਾਂਦਾ ਆ, ਸੁਖ ਮਹਿਲ ਵਿੱਚ ਜਾਂਦਾ ਆ, ਪਰ ਜਿਹੜਾ ਮਨਮੁਖ ਹੁੰਦਾ ਆ ਉਹਦਾ ਧਿਆਨ ਉੱਥੇ ਵੀ ਇੱਧਰਲੇ ਪਾਸੇ ਰਹਿੰਦਾ ਹੈ। ਗੁਰਮੁਖ ਜਨ ਉਹ ਹਰ ਵਕਤ ਅੰਤਰਗਤ ਜਾਗਦੇ ਰਹਿੰਦੇ ਆ, ਉਹਨਾਂ ਦਾ ਧਿਆਨ ਆਪਣੇ ਘਰ ਵਿੱਚ ਹੁੰਦਾ। ਅਭਿਆਸ ਕਰਨ ਦੇ ਨਾਲ ਫਿਰ ਸੁਣ ਵਿੱਚ ਜਾਣ ਦਾ ਇਹੀ ਮਕਸਦ ਹੁੰਦਾ ਹੈ ਕਿ ਅਸੀਂ ਫੁਰਨਿਆਂ ਤੋਂ ਰਹਿਤ ਹੋ ਕੇ ਆਪਣੇ ਘਰ ਵਿੱਚ ਬੈਠਣਾ ਸਿੱਖ ਲਈਏ। ਉੱਥੇ ਮਨ ਨੂੰ ਆਉਂਦੀ ਹੈ ਸ਼ਾਂਤੀ। ਜਦੋਂ ਅਸੀਂ ਅਭਿਆਸ ਇਹਦਾ ਕਰਦੇ ਕਰਦੇ ਫੁਰਨਿਆਂ ਤੋਂ ਰਹਿਤ ਹੁੰਦੇ ਜਾਂਦੇ ਹਾਂ, ਫਿਰ ਅਸੀਂ ਇਸ ਘਰ ਨੂੰ ਆਪ ਛੱਡਣ ਦੀ ਕੋਸ਼ਿਸ਼ ਕਰਦੇ ਹਾਂ। ਜੋ ਰਾਤ ਨੂੰ ਆਟੋਮੈਟਿਕ ਹੁੰਦਾ ਆ, ਸਾਨੂੰ ਇਸ ਘਰ 'ਚੋਂ ਕੱਢਿਆ ਜਾਂਦਾ, ਉਹ ਫਿਰ ਅਸੀਂ ਮੈਨੂਅਲੀ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਆਪ ਉਸ ਅਵਸਥਾ ਵਿੱਚ ਜਾਈਏ। ਹੁਣ ਅਸਲ ਵਿੱਚ ਫਿਰ ਭਗਤੀ ਜਿਹੜੀ ਆ ਉਹ ਸ਼ੁਰੂ ਹੋਣੀ ਆ ਨਾਮ ਤੋਂ, ਸਹਿਜ ਧੁਨ ਤੋਂ, ਜੋ ਅੰਤਰਗਤ ਪ੍ਰਗਟ ਹੁੰਦੇ ਆ। ਸਹਿਜ ਧੁਨ ਦੇ ਨਾਲ ਜਦੋਂ ਮਨ ਜੁੜਦਾ ਆ, ਉਹਨੂੰ ਫਿਰ ਕਹਿ ਦਿੱਤਾ ਕਿ ਇਹ ਗੁਰਮੁਖਾਂ ਦੀ ਭਗਤੀ ਇੱਥੋਂ ਸ਼ੁਰੂ ਹੁੰਦੀ ਹੈ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੈ। ਕਿ ਜਿੱਥੇ ਜਾ ਕੇ ਸਹਿਜ ਧੁਨ ਉਤਪੰਨ ਹੋ ਜਾਂਦੀ ਆ, ਜੋ ਇੱਕ ਰਸ ਲਗਾਤਾਰ ਆਵਾਜ਼ ਚੱਲਦੀ ਹੈ ਅੰਤਰਗਤ, ਅਸਲੀ ਭਗਤੀ ਉੱਥੋਂ ਸਾਡੀ ਸ਼ੁਰੂ ਹੋਊਗੀ। ਅਸੀਂ ਉਸ ਅਵਸਥਾ ਅਸਲੀ ਭਗਤੀ ਵੱਲ, ਪ੍ਰੇਮਾ ਭਗਤੀ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ। ਅਸੀਂ ਜੋ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਗੁਰਬਾਣੀ ਦਾ ਗਿਆਨ ਲੈਂਦੇ ਹਾਂ, ਇਸ ਦੁਆਰਾ ਅਸੀਂ ਇਸ ਭਵ ਸਾਗਰ ਨੂੰ ਛੱਡ ਕੇ ਆਪਣੇ ਘਰ ਵਿੱਚ ਬੈਠ ਕੇ ਉਸ ਨਾਮ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਵਾਸ ਅਸੀਂ ਜਮ੍ਹਾਂ ਕਰ ਰਹੇ ਹਾਂ। ਇਹ ਸਵਾਸ ਜਮ੍ਹਾਂ ਹੁੰਦੇ ਆ, ਉਸ ਬਦੌਲਤ ਸਾਨੂੰ ਮਹਾਰਾਜ ਅੰਦਰੋਂ ਆਪਣਾ ਨਾਮ ਸੁਣਾਉਂਦੇ ਆ, ਜਿਹਨੂੰ ਮਹਾਰਾਜ ਕਹਿੰਦੇ ਸਤਿਗੁਰ ਸਿੱਖੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਹੁਣ ਅਭਿਆਸ ਕਰਦਿਆਂ ਹੋਇਆਂ ਜਿਹੜਾ ਭਗਤੀ ਕਰਦਾ ਆ ਜੀਵ, ਉਹ ਫਿਰ ਨਾਮ ਵਿੱਚ ਸਮਾ ਕੇ ਜਦੋਂ ਸੱਚ ਨਾਲ ਮਿਲਾਪ ਕਰ ਲੈਂਦਾ, ਉਹ ਫਿਰ ਟਿਕਾਓ ਕਰਦਾ ਵੱਖ-ਵੱਖ ਜਗ੍ਹਾ। ਜੇ ਅਨਹਦ ਸ਼ਬਦਾਂ 'ਤੇ ਟਿਕਾਓ ਕੀਤਾ ਹੋਇਆ, ਉਹਨੂੰ ਸੰਤ ਦਾ ਖਿਤਾਬ ਮਿਲਦਾ ਹੈ। ਸੱਚ ਨਾਲ ਮਿਲ ਕੇ ਫਿਰ ਉਹ ਟਿਕਾਓ ਕਰਦਾ। ਜੇ ਉਹ ਸੁਖ ਮਹਿਲ ਦੇ ਵਿੱਚ ਟਿਕਾਓ ਕਰਦਾ ਆ, ਉਹਨੂੰ ਭਗਤ ਕਿਹਾ ਹੈ। ਜੇ ਉਹ ਸੁਰਤੀ ਸੱਚ ਨਾਲ ਮਿਲਾਪ ਕਰਕੇ ਫਿਰ ਸਹਿਜ ਧੁਨ 'ਤੇ ਰਹਿੰਦੀ ਹੈ, ਅਤੇ ਉਹਨੂੰ ਸਾਧੂ ਕਹਿ ਦਿੱਤਾ ਗੁਰਬਾਣੀ ਦੇ ਵਿੱਚ। ਮਹਾਰਾਜ ਕਹਿੰਦੇ ਆ, ਤਹਿ ਗੀਤ ਨਾਦ ਅਖਾਰੇ ਸੰਗਾ, ਊਹਾਂ ਸੰਤ ਕਰੇ ਹਰ ਰੰਗਾ। ਕਿ ਜਿੱਥੇ ਜਾ ਕੇ ਸਾਨੂੰ ਉਂਝ ਅਨਹਦ ਸ਼ਬਦ ਸੁਣਦੇ ਆ, ਉਹ ਸੰਤ ਪਦਵੀ ਉੱਥੋਂ ਸ਼ੁਰੂ ਹੁੰਦੀ ਆ। ਜਿਹੜੇ ਗੁਰਮੁਖ ਜਨ ਪ੍ਰਮਾਤਮਾ ਨਾਲ ਮਿਲਾਪ ਕਰਕੇ ਫਿਰ ਉੱਥੇ ਟਿਕਾਓ ਕਰ ਲੈਂਦੇ ਆਪਣੇ ਮਨ ਦਾ, ਉਹਨੂੰ ਕਹਿ ਦਿੱਤਾ ਸੰਤ। ਫਿਰ ਮਹਾਰਾਜ ਕਹਿੰਦੇ ਸੂਖ ਮੈਲ ਜਾ ਕੇ ਊਚ ਦੁਆਰੇ, ਤਾਂ ਮੈਂ ਬਸੇ ਭਗਤ ਪਿਆਰੇ। ਕਿ ਜਿੱਥੇ ਜਾ ਕੇ ਅਸੀਂ ਉਨਮਨ ਵਿੱਚ ਚਲੇ ਜਾਂਦੇ ਹਾਂ, ਫਿਰ ਸੁਖ ਮਹਿਲ ਦੇ ਵਿੱਚ ਅਸੀਂ ਵਿਚਰਦੇ ਹਾਂ, ਉੱਥੇ ਭਗਤਾਂ ਦਾ ਵਾਸਾ ਹੁੰਦਾ। ਫਿਰ ਮਹਾਰਾਜ ਕਹਿੰਦੇ ਸ਼ਾਂਤ ਸੂਖ ਸਹਿਜ ਧੁਨ ਉਪਜੈ, ਸਾਧੂ ਸੰਗ ਨਿਵਾਸਾ ਜੀਓ। ਕਿ ਸਾਧੂ ਦਾ ਨਿਵਾਸ ਸਹਿਜ ਧੁਨ 'ਤੇ ਆ, ਜਿੱਥੇ ਅੰਤਰਗਤ ਸਹਿਜ ਧੁਨ ਪ੍ਰਗਟ ਹੋ ਜਾਂਦੀ ਹੈ। ਸੱਚ ਨਾਲ ਮਿਲਾਪ ਕਰਕੇ ਜਿਹੜਾ ਮਨ ਉਸ ਸਹਿਜ ਧੁਨ 'ਤੇ ਟਿਕਿਆ ਰਹਿੰਦਾ ਆ, ਉਹਨੂੰ ਫਿਰ ਕਹਿ ਦਿੱਤਾ ਸਾਧੂ। ਜਿਹੜਾ ਮਨ ਫਿਰ ਸਿਰਫ ਪ੍ਰਕਾਸ਼ ਦੇ ਵਿੱਚ ਹੀ ਹਮੇਸ਼ਾ ਰਹਿੰਦਾ ਆ, ਪਰਮਾਤਮਾ ਨਾਲ ਮਿਲਾਪ ਕਰ ਲਿਆ, ਸਿਰਫ ਉਹਨੇ ਫਿਰ ਪ੍ਰਕਾਸ਼ ਦੇ ਵਿੱਚ ਹੀ ਰਹਿਣਾ ਆ, ਉੱਥੇ ਟਿਕਾਓ ਕੀਤਾ ਹੋਇਆ ਆ, ਉਹਨੂੰ ਕਹਿ ਦਿੱਤਾ ਬ੍ਰਹਮ ਗਿਆਨੀ। ਇਹਨੂੰ ਮਹਾਰਾਜ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ। ਕਿ ਉਹਦੇ ਮਨ ਦੇ ਵਿੱਚ ਸੱਚ ਵਸ ਗਿਆ, ਉਹਦੇ ਮੁਖ ਤੋਂ ਸੱਚ
ਦੇ ਬਚਨ ਪ੍ਰਮਾਤਮਾ ਦੇ ਭੇਦ ਦਿੱਤਾ ਜਾਂਦਾ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਉਹਨੂੰ ਕੋਈ ਹੋਰ ਦਿਸਦਾ ਹੀ ਨਹੀਂ, ਉਹਨੂੰ ਪ੍ਰਕਾਸ਼ ਹੀ ਦਿਸਦਾ ਹੈ। ਇਹ ਵੱਖ-ਵੱਖ ਖਿਤਾਬ ਸਾਡੇ ਮਨ ਨੂੰ ਮਿਲਦੇ ਆ ਜਦੋਂ ਅਸੀਂ ਸੱਚ ਨਾਲ ਮਿਲਾਪ ਕਰਦੇ, ਫਿਰ ਅਸੀਂ ਉਸ ਉਪਰੰਤ ਕਿਤੇ ਟਿਕਾਊ ਕਰਦੇ ਆਪਣੀ ਸੁਰਤੀ ਦਾ। ਪਰ ਇਹ ਸਾਰਾ ਭੇਦ ਉਦੋਂ ਪ੍ਰਾਪਤ ਹੁੰਦਾ ਜਦੋਂ ਅਸੀਂ ਇਹਦਾ ਅਭਿਆਸ ਕਰਦੇ ਕਰਦੇ ਨਾਮ ਵਿੱਚ ਸਮਾ ਕੇ ਫਿਰ ਪ੍ਰਮਾਤਮਾ ਨਾਲ ਮਿਲਾਪ ਕਰਾਂਗੇ। ਇਹ ਪ੍ਰੈਕਟੀਕਲ ਆ। ਹੁਣ ਦੁਨਿਆਵੀ ਤੌਰ 'ਤੇ ਜਿਹੜੇ ਜੀਵ ਆ ਇੱਥੇ ਕਾਲ ਦੇ ਦੇਸ਼ ਦੇ ਵਿੱਚ, ਇੱਥੇ ਵਡਿਆਈ ਹੋਰਨਾਂ ਨੂੰ ਦਿੱਤੀ ਜਾਂਦੀ ਹੈ। ਲੋਕ ਦੇ ਵਿੱਚ, ਦੁਨੀਆ ਦੇ ਵਿੱਚ ਵਡਿਆਈ ਦਿੱਤੀ ਜਾਂਦੀ ਹੈ ਉਹਨਾਂ ਨੂੰ ਜਿਹੜੇ ਕਾਮ ਕ੍ਰੋਧ ਹੰਕਾਰ ਤੋਂ ਅਤੀਤ ਨਹੀਂ ਹੁੰਦੇ। ਕਈ ਕਹਿ ਦਿੰਦੇ ਆ ਜਿਹੜੇ ਅਸਲ ਭਗਤ ਆ, ਅੱਜ ਜਿਹੜੇ ਕਾਲ ਦੇ ਦਾਇਰੇ 'ਚ ਸੁੱਤੇ ਹੋਏ ਆ ਮਨ, ਉਹ ਕਹਿ ਦਿੰਦੇ ਅਸਲ ਭਗਤ ਤਾਂ ਇਹ ਆ ਜਿਹੜੇ ਪੜ੍ਹੇ ਹੋ ਆ ਜਾਂ ਜਿਨ੍ਹਾਂ ਨੇ ਡਾਕਟਰੀ ਕੀਤੀ ਜਾਂ ਵਿਗਿਆਨਿਕ ਆ, ਲੋਕ ਵਿਗਿਆਨੀ। ਪਰ ਕਿਉਂਕਿ ਅਸੀਂ ਹਰੇਕ ਗੱਲ ਤੋਲਣੀ ਹੁੰਦੀ ਹੈ ਗੁਰਬਾਣੀ ਮੁਤਾਬਕ, ਸਾਨੂੰ ਭੇਦ ਹੋਣਾ ਚਾਹੀਦਾ ਕਿ ਭਗਤ, ਜਨ, ਸੰਤ, ਸਾਧੂ, ਬ੍ਰਹਮ ਗਿਆਨੀ ਕਿਹਨੂੰ ਕਿਹਾ ਹੋਇਆ ਹੈ। ਜੇਕਰ ਮਹਾਰਾਜ ਨੇ ਸਿਰਫ ਸਾਨੂੰ ਵਿਗਿਆਨ ਤੱਕ ਸੀਮਿਤ ਰੱਖਣਾ ਸੀ ਕਿ ਕੁਦਰਤ ਦੇ ਨਿਯਮਾਂ ਦੀ ਖੋਜ ਕਰਨੀ, ਕੁਦਰਤ ਦੀ ਖੋਜ ਕਰਨੀ ਜੋ ਨੇਚਰ ਆ, ਅਤੇ ਫਿਰ ਮਹਾਰਾਜ ਨੇ ਵਿਗਿਆਨੀਆਂ ਦੇ ਨਾਂ ਜਿਹੜੇ ਆ, ਕਿਉਂਕਿ ਨੇਚਰ ਦੀ ਖੋਜ ਕਰਦੇ ਆ, ਇਹਨਾਂ ਦੇ ਨਾਮ ਲੈ ਕੇ ਸਾਨੂੰ ਗੁਰਬਾਣੀ ਵਿੱਚ ਸੁਣਾ ਦੇਣੇ ਸੀ। ਪਰ ਸਾਨੂੰ ਉਦਾਹਰਨਾਂ ਦਿੱਤੀਆਂ ਹੋਈਆਂ ਭਗਤਾਂ ਦੀਆਂ। ਜੇ ਮਹਾਰਾਜ ਕਹਿੰਦੇ ਆ ਕਿ ਸਾਨੂੰ ਐਗਜ਼ਾਮਪਲ ਦੇ ਤੌਰ 'ਤੇ ਕਿਵੇਂ ਭਗਤੀ ਕਰਨੀ ਚਾਹੀਦੀ, ਤਾਂ ਮਹਾਰਾਜ ਨੇ ਸਾਨੂੰ ਐਗਜ਼ਾਮਪਲ ਦਿੱਤਾ ਹੋਇਆ ਹੈ ਭਗਤ ਧਰੂੰਜੀ ਦਾ, ਭਗਤ ਪ੍ਰਹਿਲਾਦ ਜੀ ਦਾ, ਜਿਹਨੂੰ ਮਹਾਰਾਜ ਕਹਿੰਦੇ ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਕਿ ਜਿਵੇਂ ਭਗਤ ਧਰੂੰਜੀ ਨੇ, ਭਗਤ ਪ੍ਰਹਿਲਾਦ ਜੀ ਨੇ ਰਾਮ ਦਾ ਨਾਮ ਜਪਿਆ, ਉਹਨਾਂ ਦੇ ਰਾਹ ਦੇ ਵਿੱਚ ਕੋਈ ਵੀ ਸੰਕਟ ਆਇਆ, ਕੋਈ ਵੀ ਮੁਸੀਬਤ ਆਈ, ਅਤੇ ਉਹਨਾਂ ਨੇ ਫਿਰ ਵੀ ਪ੍ਰਮਾਤਮਾ ਦਾ ਨਾਮ ਛੱਡਿਆ ਨਹੀਂ। ਇਸ ਤਰੀਕੇ ਨਾਲ ਸਾਨੂੰ ਮਹਾਰਾਜ ਨੇ ਕਿਹਾ ਹੋਇਆ ਕਿ ਤੁਸੀਂ ਵੀ ਵਿਚਰੋ ਸੰਸਾਰ ਵਿੱਚ ਭਗਤੀ ਨਾਲ ਕਰੋ। ਹੁਣ ਜਿਹੜੇ ਜੀਵ ਆ ਸੰਸਾਰ ਦੇ ਵਿੱਚ, ਜਿਨ੍ਹਾਂ ਨੂੰ ਭਗਤੀ ਦਾ ਗਿਆਨ ਨਹੀਂ, ਉਹ ਲੋਕਾਂ ਨੂੰ ਦੱਸਦੇ ਨੇ ਕਿ ਇਹ ਜਿਹੜਾ ਦੁਨਿਆਵੀ ਪੜ੍ਹਾਈ ਆ, ਵਿਗਿਆਨ ਆ, ਸਾਇੰਸ ਆ, ਇਹੀ ਸਭ ਕੁਛ ਹੈ। ਪਰ ਕਾਲ ਦੇ ਦਾਇਰੇ ਦੇ ਵਿੱਚ ਵਿਗਿਆਨੀ ਬਥੇਰੇ ਹੋਏ, ਪਰ ਮਹਾਰਾਜ ਨੇ ਉਹਨਾਂ ਦਾ ਨਾਮ ਕਿਸੇ ਦਾ ਤਾਂ ਦੱਸਿਆ ਨਹੀਂ ਕਿ ਤੁਸੀਂ ਇਸ ਸਾਇੰਟਿਸਟ ਵਾਂਗ ਮਰੋ। ਹੁਣ ਗੁਰਬਾਣੀ ਦੇ ਵਿੱਚ ਸਾਨੂੰ ਉਦਾਹਰਨਾਂ ਤਾਂ ਦਿੱਤੀਆਂ ਹੋਈਆਂ ਭਗਤਾਂ ਦੀਆਂ, ਅਤੇ ਭਾਰਤ ਦੇਸ਼ ਦੇ ਵਿੱਚ, ਇੰਡੀਆ ਦੇ ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਪਹਿਲਾਂ, ਬਹੁਤ ਚਿਰ ਪਹਿਲਾਂ, ਉੱਥੇ ਵੀ ਵਿਗਿਆਨਕ ਜੀਵ ਹੋਏ, ਜਿਵੇਂ ਆਰੀਆ ਭੱਟ ਹੋਇਆ, ਬ੍ਰਹਮ ਗੁਪਤ ਹੋਇਆ। ਉਹਨਾਂ ਦਾ ਕਿਸੇ ਦਾ ਨਾਂ ਤਾਂ ਆਉਂਦਾ ਨਹੀਂ ਗੁਰਬਾਣੀ ਦੇ ਵਿੱਚ। ਜੇ ਮਹਾਰਾਜ ਨੇ ਸਾਨੂੰ ਵਿਗਿਆਨੀ ਹੀ ਬਣਾਉਣਾ ਸੀ, ਅਤੇ ਮਹਾਰਾਜ ਨੇ ਇਹਨਾਂ ਦਾ ਜ਼ਿਕਰ ਕਰ ਲੈਣਾ ਸੀਗਾ ਕਿ ਇਹਨਾਂ ਵਾਂਗ ਬਣੋ। ਗੁਰੂ ਨਾਨਕ ਦੇਵ ਜੀ ਵੇਲੇ, ਗੁਰੂ ਅੰਗਦ ਦੇਵ ਜੀ ਵੇਲੇ, ਗੁਰੂ ਸਾਹਿਬਾਨਾਂ ਦੇ ਟਾਈਮ 'ਤੇ ਵੀ ਵੱਖ-ਵੱਖ ਸਾਇੰਟਿਸਟ ਦੁਨੀਆ ਦੇ ਵਿੱਚ ਹੋਏ। ਕੋਪਰਨਿਕਸ ਹੋਇਆ, ਬਰੂਨੋ ਹੋਇਆ, ਗੈਲੀਲੀਓ ਹੋਇਆ, ਨਿਊਟਨ ਵੀ 1643 ਦੇ ਵਿੱਚ ਉਹਦਾ ਜਨਮ ਹੋਇਆ। ਇਹ ਵੀ ਸਾਇੰਟਿਸਟ ਸਨ, ਪਰ ਕਿਤੇ ਇਹਨਾਂ ਦਾ ਜ਼ਿਕਰ ਜਾਂ ਇਹਨਾਂ ਦਾ ਐਗਜ਼ਾਮਪਲ ਨਹੀਂ ਦਿੱਤਾ ਗਿਆ ਕਿ ਜੀ ਇਹਨਾਂ ਵਾਂਗ ਮੇਰਾ ਸਿੱਖ ਬਣੇ। ਗੁਰੂ ਸਾਹਿਬ ਨੇ ਸਾਨੂੰ ਜੋ ਸਿੱਖਿਆ ਦਿੱਤੀ ਆ ਉਹ ਹੈ ਕਿ ਭਗਤੀ ਕਰਨੀ, ਬ੍ਰਹਮ ਦਾ ਗਿਆਨ ਹਾਸਲ ਕਰਨਾ, ਪਰਮਾਤਮਾ ਦੀ ਜਿਹੜੀ ਨੌਲੇਜ ਆ ਉਹ ਪ੍ਰਾਪਤ ਕਰਨੀ। ਜਿੰਨਾ ਅਸੀਂ ਗਿਆਨ ਇਕੱਤਰ ਕਰਦੇ ਹਾਂ ਦੁਨਿਆਵੀ ਤੌਰ 'ਤੇ, ਸਿਰਫ ਇਸ ਖੰਡ ਦਾ, ਮੰਡਲ ਦਾ, ਜਿੱਥੇ ਅਸੀਂ ਵਿਚਰਦੇ ਹਾਂ, ਨੇਚਰ ਦਾ, ਇਹ ਸਿਰਫ ਸਾਨੂੰ ਗਿਆਨ ਮਾਇਆ ਤੱਕ ਸੀਮਤ ਰੱਖੇਗਾ। ਸਾਡੇ ਫੁਰਨੇ ਵਧਣਗੇ। ਜੇਕਰ ਅਸੀਂ ਬ੍ਰਹਮ ਦਾ ਗਿਆਨ ਨਾਲ ਲੈਂਦੇ ਹਾਂ, ਪਰਮਾਤਮਾ ਦਾ ਗਿਆਨ ਲੈਂਦੇ ਹਾਂ, ਇਸ ਵਿਗਿਆਨ ਤੋਂ ਸਾਡਾ ਜਿਹੜਾ ਮਨ ਆ ਇਸ ਤੋਂ ਵੀ ਉੱਪਰ ਉੱਠ ਜਾਂਦਾ ਹੈ। ਗੁਰਮੁਖ ਜਨ ਵਿਗਿਆਨ ਅਤੇ ਬ੍ਰਹਮ ਗਿਆਨ ਨੂੰ ਦੋਨਾਂ ਨੂੰ ਰੱਖਦੇ ਆ ਕੋਲ,
ਬ੍ਰਹਮ ਦੇ ਗਿਆਨ ਦੇ ਨਾਲ ਨਾਲ ਮਹਾਰਾਜ ਨੇ ਵਿਗਿਆਨ ਵੀ ਸਮਝਾਇਆ ਹੋਇਆ ਗੁਰਬਾਣੀ ਦੇ ਵਿੱਚ, ਪਰ ਜਿਹੜਾ ਬ੍ਰਹਮ ਦਾ ਗਿਆਨ ਆ ਉਹਨੂੰ ਦਿੱਤੀ ਹੋਈ ਹੈ ਪਹਿਲ, ਕਿਉਂਕਿ ਉਹਨੇ ਸਾਡੇ ਮਨ ਨੂੰ ਆਪਣੇ ਘਰ ਤੱਕ ਪਹੁੰਚਾ ਦੇਣਾ। ਵਿਗਿਆਨ ਸਿਰਫ ਇਸ ਦੁਨੀਆ ਲਈ ਹੈ। ਹੁਣ ਮਹਾਰਾਜ ਨੇ ਗੁਰਬਾਣੀ 'ਚ ਸਾਨੂੰ ਇਹ ਭੇਦ ਦਿੱਤਾ ਹੋਇਆ ਕਿ ਅਸੀਂ ਭਗਤਾਂ ਵਾਂਗ ਬਣਨਾ ਆ। ਭਗਤ ਪ੍ਰਹਿਲਾਦ ਜੀ ਦਾ ਜ਼ਿਕਰ ਕਰ ਦਿੱਤਾ, ਭਗਤ ਧਰੂਨ ਜੀ ਦਾ ਜ਼ਿਕਰ ਕਰ ਦਿੱਤਾ। ਗੁਰਬਾਣੀ ਦੇ ਵਿੱਚ ਭਗਤਾਂ ਦੇ ਨਾਮ ਦਰਜ ਕੀਤੇ, ਭਗਤਾਂ ਦੀ ਬਾਣੀ ਦਰਜ ਕੀਤੀ, ਭਗਤ ਕਬੀਰ ਜੀ, ਭਗਤ ਫਰੀਦ ਜੀ, ਭਗਤ ਨਾਮਦੇਵ ਜੀ। ਤੇ ਅਸੀਂ ਇਸ ਭਗਤੀ ਲਾਈਨ 'ਤੇ ਚੱਲ ਕੇ ਅਸੀਂ ਵੀ ਉਸ ਸੱਚ ਨੂੰ ਪ੍ਰਾਪਤ ਕਰਨਾ ਕਿ ਸਾਡਾ ਜਿਹੜਾ ਜਨਮ ਮਰਨ ਦਾ ਗੇੜ ਆ ਉਹ ਖਤਮ ਹੋ ਜਾਏ। ਹੁਣ ਜਿਵੇਂ ਵਿਗਿਆਨੀਆਂ ਦੇ ਜ਼ਿਕਰ ਕੀਤਾ ਕਿ ਇਹਨਾਂ ਦੇ ਕਿਸੇ ਦਾ ਨਾਂ ਤਾਂ ਨਹੀਂ ਆਇਆ ਗੁਰਬਾਣੀ 'ਚ, ਇੱਕ ਵਿਗਿਆਨੀ ਐਸਾ ਹੋਇਆ ਜਿਹੜਾ ਬੜਾ ਉੱਚ ਕੋਟੀ ਦਾ ਵਿਗਿਆਨੀ ਸੀ, ਉਹਦਾ ਨਾਂ ਆਇਆ ਗੁਰਬਾਣੀ 'ਚ। ਉਹ ਕੌਣ ਸੀ? ਮਹਾਰਾਜ ਨੇ ਗੁਰਬਾਣੀ 'ਚ ਸਾਨੂੰ ਦੱਸਿਆ ਹੋਇਆ ਕਿ ਉਹ ਸੀ ਤ੍ਰੇਤੇ ਯੁੱਗ ਦਾ ਰਾਵਣ। ਹੁਣ ਕੋਈ ਹੈਰਾਨ ਹੋ ਸਕਦਾ ਹੈ ਕਿ ਰਾਵਣ ਵਿਗਿਆਨੀ ਸੀ, ਇਹ ਕਿਵੇਂ? ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਨਾ, ਸਾਨੂੰ ਭੇਦ ਵੱਖਰਾ ਮਿਲਦਾ ਹੈ ਦੁਨੀਆ ਨਾਲੋਂ। ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਗੁਰਬਾਣੀ ਦੇ ਵਿੱਚ, ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ। ਭਗਤ ਕਬੀਰ ਜੀ ਅਸਲ ਵਿੱਚ ਦੱਸਦੇ ਆ ਕਿ ਜਿਹੜਾ ਰਾਵਣ ਸੀਗਾ ਉਹਦੇ ਕੋਲ ਬੜੀਆਂ ਬਖਸ਼ਿਸ਼ਾਂ ਸੀਗੀਆਂ, ਬਹੁਤ ਗਿਆਨ ਉਹਨੇ ਇਕੱਤਰ ਕੀਤਾ ਹੋਇਆ ਸੀ, ਬਹੁਤ ਵੱਡਾ ਸਾਰਾ ਉਹਦਾ ਪਰਿਵਾਰ ਸੀ, ਪਰ ਆਖਰਕਾਰ ਖਾਲੀ ਹੱਥ ਗਿਆ ਇੱਥੋਂ, ਤੇ ਉਹਦੇ ਹੱਥ 'ਤੇ ਕੋਈ ਦੀਵਾ ਜਗਾਉਣ ਲਈ ਬਚਿਆ ਹੀ ਨਹੀਂ। ਭਗਤ ਕਬੀਰ ਜੀ ਸਾਨੂੰ ਗੁਰਬਾਣੀ 'ਚ ਸਮਝਾਉਂਦੇ ਆ ਕਿ ਜਿੰਨੇ ਅਸੀਂ ਜੀਵੇ ਆ ਸੰਸਾਰ ਦੇ, ਸਾਨੂੰ ਚਾਹੀਦਾ ਕਿ ਅਸੀਂ ਨਾਮ ਨੂੰ ਹਾਸਲ ਕਰੀਏ, ਭਗਤੀ ਕਰੀਏ, ਕਿ ਜੋ ਹੋਰ ਮੰਗਾਂ ਨੇ ਸੰਸਾਰਕ, ਇਹ ਤਾਂ ਇੱਥੇ ਰਹਿ ਜਾਣੀਆਂ, ਇਹਨਾਂ ਦੇ ਨਾਲ ਸਾਡੇ ਬੰਧਨਾਂ ਤੋਂ ਖਲਾਸੀ ਨਹੀਂ ਹੋਣੀ, ਬੰਧਨਾਂ ਤੋਂ ਅਸੀਂ ਮੁਕਤ ਨਹੀਂ ਹੋ ਸਕਦੇ। ਭਗਤ ਕਬੀਰ ਜੀ ਫਰਮਾਉਂਦੇ ਨੇ, ਲੰਕਾ ਸਾ ਕੋਟ ਸਮੁੰਦ ਸਿਖਾਈ, ਤਹਿ ਰਾਵਣ ਘਰ ਖਬਰ ਨਾ ਪਾਈ। ਕਿ ਰਾਵਣ ਜਿਹੜਾ ਆ ਉਹ ਲੰਕਾ ਦੇ ਵਿੱਚ ਰਹਿੰਦਾ ਸੀਗਾ, ਸਮੁੰਦਰ ਦੀ ਉਹਦੇ ਆਲੇ ਦੁਆਲੇ ਖਾਈ ਸੀਗੀ, ਤੇ ਉਹ ਲੰਕਾ ਵੀ ਉਹਦੇ 'ਤੇ ਸੋਨਾ ਚੜ੍ਹਿਆ ਹੋਇਆ ਸੀ, ਤੇ ਰਾਵਣ ਘਰ ਖਬਰ ਨਾ ਪਾਏ। ਸੋਨੇ ਦੀ ਲੰਕਾ, ਉਹਦੇ ਘਰ ਦਾ ਭੇਦ ਨਹੀਂ ਮਿਲਦਾ ਸੀ ਆਮ ਜੀਵ ਨੂੰ। ਉਹ ਆਉਂਦਾ ਜਾਂਦਾ ਸੀ ਉੱਥੋਂ ਆਪਣੇ ਵਾਹਨ ਦੇ ਵਿੱਚ, ਪਰ ਆਮ ਜੀਵ ਲੱਭ ਨਹੀਂ ਸਕਦਾ ਸੀ ਕਿ ਰਹਿੰਦਾ ਕਿੱਥੇ ਆ। ਕਿਆ ਮੰਗੋ ਕਿ ਥਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ ਰਹਾਓ। ਫਿਰ ਭਗਤ ਕਬੀਰ ਜੀ ਕਹਿੰਦੇ ਕਿ ਕਿਹੜੀ ਚੀਜ਼ ਅਸੀਂ ਮੰਗੀਏ, ਕਿ ਕੋਈ ਵੀ ਚੀਜ਼ ਅਸੀਂ ਸੰਸਾਰ ਵਿੱਚ ਦੇਖਦੇ ਹਾਂ ਉਸ ਦੀ ਵੀ ਤਾਂ ਹੈ ਨਹੀਂ। ਜਿਵੇਂ ਅਸੀਂ ਅੱਖਾਂ ਨਾਲ ਦੇਖਦੇ ਹਾਂ ਸਾਰਾ ਜਗਤ, ਇਹ ਸੰਸਾਰਕ ਵਸਤੂਆਂ ਵੀ, ਸਾਰਾ ਕੁਛ ਪੈਰਿਸ਼ ਹੋ ਰਿਹਾ ਹੈ, ਖਤਮ ਹੋ ਰਿਹਾ। ਦੇਖਤ ਨੈਣ ਚਲਿਓ ਜਗ ਜਾਈ ਰਹਾਓ। ਇੱਥੇ ਫਿਰ ਰਾਵਣ ਦੀ ਗੱਲ ਕਰਦੇ, ਕਹਿੰਦੇ 1 ਲੱਖ ਪੂਤ 1.25 ਲੱਖ ਨਾਤੀ। ਕਹਿੰਦੇ ਉਹਦੇ 1 ਲੱਖ ਪੁੱਤਰ ਸਨ, ਗਾਂ 1.25 ਲੱਖ ਉਹਦੇ ਨਾਤੀ ਸਨ। ਤੇ ਰਾਵਣ ਕਰ ਦਿਆ ਨਾ ਬਾਤੀ। ਪਰ ਆਖਰਕਾਰ ਜਦੋਂ ਰਾਮਚੰਦਰ ਜੀ ਦੇ ਹੱਥੋਂ ਮਾਰਿਆ ਗਿਆ ਰਾਵਣ, ਤੇ ਪੁਰਾਣੇ ਸਮੇਂ ਦੇ ਵਿੱਚ ਕੀ ਕਰਦੇ ਸੀਗੇ ਕਿ ਜਿਹੜਾ ਹੱਥ 'ਤੇ ਦੀਵਾ ਜਗਾ ਦਿੰਦੇ ਸੀ ਤੇ ਅਗਲੇ ਦਾ ਮੂੰਹ ਉਸ ਦੀਵੇ ਵੱਲ ਨੂੰ ਕਰ ਦਿੰਦੇ ਸੀ। ਉਹਨਾਂ ਨੂੰ ਗਿਆਨ ਥੋੜ੍ਹਾ ਬਾਲਾ ਸੀਗਾ ਕਿ ਜੋਤ ਦੇ ਵਿੱਚ ਸਮਾਉਣਾ ਆ, ਕਿਹੜੀ ਜੋਤ ਆ ਉਹ ਨਹੀਂ ਪਤਾ ਸੀ। ਜਦੋਂ ਕੋਈ ਸਰੀਰ ਛੱਡਣ ਲੱਗਾ ਹੁੰਦਾ, ਉਹਨਾਂ ਸਮਿਆਂ ਦੇ ਵਿੱਚ ਦੀਵਾ ਉਸ ਪ੍ਰਾਣੀ ਦੇ ਹੱਥ 'ਤੇ ਰੱਖ ਦਿੰਦੇ ਸੀ, ਅਤੇ ਜਿਉਂ-ਜਿਉਂ ਉਹ ਸਵਾਸ ਛੱਡਦਾ ਸੀ ਅਤੇ ਉਹਦਾ ਮੂੰਹ ਉਸ ਦੀਵੇ ਵੱਲ ਨੂੰ ਕਰ ਦਿੰਦੇ ਸੀ। ਅਤੇ ਰਾਵਣ ਜਿਹੜਾ ਆ ਉਹਦੀ ਹਾਲਤ ਐਸੀ ਬਣੀ, ਭਾਵੇਂ ਉਹਦੇ ਕੋਲ 1 ਲੱਖ ਪੁੱਤਰ ਸੀ, 1.25 ਲੱਖ ਉਹਦੇ ਗਾਂ ਨਾਤੀ ਸਨ, ਉਹਦੇ ਹੱਥ 'ਤੇ ਦੀਵਾ ਜਗਾਉਣ ਵਾਸਤੇ ਕੋਈ ਰਿਹਾ ਹੀ ਨਹੀਂ। ਹੁਣ ਇੱਥੇ ਆ ਜਾਂਦੀ ਗੱਲ ਜਿਹੜੀ ਭਗਤ ਕਬੀਰ ਜੀ ਗਾਂ ਇਸ ਸ਼ਬਦ ਵਿੱਚ ਕਰਦੇ ਆ ਕਿ ਉਹ ਬੜਾ ਵਿਗਿਆਨੀ ਸੀ, ਬਹੁਤ ਗਿਆਨਵਾਨ ਸੀ। ਚੰਦ ਸੂਰਜ ਜਾ ਕੇ ਤਪਤ ਰਸੋਈ,
ਬੈਸੰਤਰ ਜਾ ਕੇ ਕੱਪੜੇ ਧੋਏ। ਇੱਥੇ ਮਹਾਰਾਜ ਨੇ ਗੁਰਬਾਣੀ 'ਚ ਦੱਸਿਆ ਹੋਇਆ ਹੈ, ਕਹਿੰਦੇ ਕਿ ਚੰਦਰਮਾ ਅਤੇ ਸੂਰਜ ਦਾ ਇਸਤੇਮਾਲ ਕਰਕੇ ਉਹ ਆਪਣੀ ਰਸੋਈ ਨੂੰ ਤਪਾਉਂਦਾ ਸੀ। ਚੰਦਰਮਾ ਅਤੇ ਸੂਰਜ ਦੀ ਊਰਜਾ ਉਹ ਇਕੱਠੀ ਕਰ ਲੈਂਦਾ ਸੀ। ਬੈਸੰਤਰ ਜਿਹੜਾ ਅਗਨ ਦਾ ਤੱਤ ਹੁੰਦਾ ਆ, ਉਹਦਾ ਇਸਤੇਮਾਲ ਕਰਕੇ ਉਹ ਕੱਪੜੇ ਆਪਣੇ ਧਵਾ ਲੈਂਦਾ ਸੀ। ਹੁਣ ਆਮ ਜੀਵ ਇਹ ਸੁਣ ਕੇ ਤਾਂ ਹੈਰਾਨ ਹੋਊਗਾ ਕਿ ਇਹ ਕਿੱਦਾਂ ਹੋ ਸਕਦਾ। ਪਰ ਹੁਣ ਆਲੇ ਦੁਆਲੇ ਦੇਖੋ, ਸਾਡੇ ਵੇਲੇ ਹੁਣ ਟੈਕਨੋਲੋਜੀ ਦਾ ਵਾਧਾ ਬੜੇ ਵਿਸਤਾਰ ਦੇ ਨਾਲ ਹੈ। ਜਦੋਂ ਅਸੀਂ ਇੱਥੇ ਸੰਸਾਰ ਵਿੱਚ ਦੇਖਦੇ ਹਾਂ, ਵਿਗਿਆਨ ਨੇ ਇੰਨੀ ਤਰੱਕੀ ਕੀਤੀ ਹੋਈ ਆ ਕਿ ਅਸੀਂ ਵੀ ਜਿਹੜੇ ਜੀਵ ਆ, ਸੋਲਰ ਪੈਨਲਾਂ ਦਾ ਇਸਤੇਮਾਲ ਕਰਕੇ ਅਸੀਂ ਸੂਰਜ ਦੀ ਊਰਜਾ ਜਿਹੜੀ ਆ ਉਹ ਇਕੱਠੀ ਕਰ ਲੈਂਦੇ ਹਾਂ। ਉਹ ਫਿਰ ਸੂਰਜ ਦੀ ਜਿਹੜੀ ਪਾਵਰ ਆ, ਸੋਲਰ ਪੈਨਲਾਂ ਰਾਹੀਂ ਅਸੀਂ ਉਹਨੂੰ ਇਕੱਤਰ ਕਰਦੇ ਹਾਂ ਅਤੇ ਅਸੀਂ ਆਪਣੇ ਅਪਲਾਇੰਸਿਸ ਆ ਜਾਂ ਕੋਈ ਵੀ ਇਲੈਕਟ੍ਰੀਕਲ ਕੰਮ ਆ, ਉਹਦੇ ਇਸਤੇਮਾਲ ਕਰਕੇ ਅਸੀਂ ਕੋਈ ਵੀ ਡਿਵਾਈਸ ਚਲਾ ਸਕਦੇ ਹਾਂ। ਹੁਣ ਇੱਥੇ ਮਹਾਰਾਜ ਨੇ ਜ਼ਿਕਰ ਕੀਤਾ ਕਿ ਇਹ ਇੰਨਾ ਵਿਗਿਆਨੀ ਸੀ ਕਿ ਸੂਰਜ ਤੋਂ ਇਲਾਵਾ ਇਹਨੇ ਤਾਂ ਚੰਦਰਮਾ ਤੋਂ ਵੀ ਕੰਮ ਲਿਆ, ਜਿਸ ਦੁਆਰਾ ਇਹ ਆਪਣੀ ਰਸੋਈ ਤਪਾਉਂਦਾ ਸੀ, ਜਿਸ ਦੁਆਰਾ ਇਹਦੀ ਜਿਹੜੀ ਕਿਚਨ ਹੈ, ਜਿੱਥੇ ਖਾਣਾ ਭੋਜਨ ਬਣਦਾ ਸੀ, ਉੱਥੇ ਇਹ ਭੋਜਨ ਜਿਹੜਾ ਬਣਵਾ ਲੈਂਦਾ ਸੀ। ਹੁਣ ਇਹਦਾ ਮਤਲਬ ਕਿ ਉਹਨਾਂ ਸਮਿਆਂ ਦੇ ਵਿੱਚ ਇਹਦੇ ਕੋਲ ਕੋਈ ਵਿਗਿਆਨ ਸੀ, ਇਹਦੇ ਕੋਲ ਐਸੀ ਨੌਲੇਜ ਸੀ ਕਿ ਇਹਨੇ ਸੂਰਜ ਅਤੇ ਚੰਦਰਮਾ ਤੋਂ ਇੱਦਾਂ ਕੰਮ ਲਿਆ। ਫਿਰ ਬੈਸੰਤਰ ਜਾ ਕੇ ਕੱਪੜੇ ਧੋਏ। ਬਿਜਲੀ ਦਾ ਇਸਤੇਮਾਲ ਕਰਦਾ ਜੀਵ ਅੱਜ ਮਸ਼ੀਨਾਂ ਚਲਾਉਂਦਾ ਆ ਕੱਪੜੇ ਧੋਣ ਲਈ। ਉਹ ਜਿਹੜੀ ਬਿਜਲੀ ਆ ਉਹ ਅਗਨ ਦਾ ਤੱਤ ਹੀ ਹੈ, ਬੈਸੰਤਰ। ਉਹਨਾਂ ਸਮਿਆਂ ਦੇ ਵਿੱਚ ਇਹ ਵੀ ਬੈਸੰਤਰ ਜਾ ਕੇ ਕੱਪੜੇ ਧੋਈ। ਰਾਵਣ ਬੈਸੰਤਰ ਦਾ ਇਸਤੇਮਾਲ ਕਰਕੇ, ਅਗਨ ਦਾ ਇਸਤੇਮਾਲ ਕਰਕੇ ਕੱਪੜੇ ਆਪਣੇ ਧਵਾ ਲੈਂਦਾ ਸੀ। ਬੈਸੰਤਰ ਜਿਹੜਾ ਆ, ਅਗਨ, ਇਹ ਬਿਜਲੀ ਨੂੰ ਕਿਹਾ ਆ। ਮਹਾਰਾਜ ਨੇ ਹੁਣ ਇੱਥੇ ਸਾਨੂੰ ਇਹ ਜ਼ਿਕਰ ਕੀਤਾ ਹੋਇਆ ਕਿ ਇਹ ਉਹਨਾਂ ਸਮਿਆਂ ਦੇ ਵਿੱਚ ਇੰਨਾ ਵਿਗਿਆਨੀ ਸੀਗਾ। ਇਹ ਗੱਲ ਹੈਗੀ ਤ੍ਰੇਤੇ ਯੁੱਗ ਦੀ। ਹੁਣ ਕਲਯੁੱਗ ਦੇ ਵਿੱਚ ਤਾਂ ਇਹ ਘਰ ਘਰ ਇਹ ਕਹਾਣੀ ਹੈ। ਤੁਸੀਂ ਸਾਰੇ ਬਿਜਲੀ ਦਾ ਇਸਤੇਮਾਲ ਕਰਦੇ ਆ, ਅਗਨ ਤੱਤ ਦਾ ਇਸਤੇਮਾਲ ਕਰਦੇ ਆ ਹਰੇਕ ਚੀਜ਼ ਨੂੰ ਪਾਵਰ ਕਰਨ। ਕਈ ਹੈਗੇ ਆ ਜਿਹੜੇ ਸੋਲਰ ਪੈਨਲਾਂ ਦਾ ਇਸਤੇਮਾਲ ਕਰਦੇ ਆ, ਅਤੇ ਹਜੇ ਤੱਕ ਵਿਗਿਆਨ ਇਸ ਤਰੱਕੀ ਤੱਕ ਨਹੀਂ ਪਹੁੰਚਿਆ ਕਿ ਚੰਦਰਮਾ ਤੋਂ ਵੀ ਊਰਜਾ ਇਕੱਠੀ ਕਰ ਲੈ। ਪਰ ਤ੍ਰੇਤੇ ਯੁੱਗ ਦੇ ਵਿੱਚ ਰਾਵਣ ਨੇ ਐਸਾ ਵੀ ਕੀਤਾ। ਜਦੋਂ ਦਾਸ ਰਿਸਰਚ ਇਸ ਗੱਲ ਦੀ ਕਰ ਰਿਹਾ ਸੀਗਾ, ਪੁਰਾਣੇ ਸਮੇਂ ਦੇ ਵਿੱਚ ਜਦੋਂ ਸੋਲਰ ਐਨਰਜੀ ਕਿਸੇ ਨੇ ਇਕੱਤਰ ਕਰਨੀ ਸੀ, ਉਹ ਕੀ ਕਰਦੇ ਸੀ ਕਿ ਸੋਨਾ ਕਿਸੇ ਧਾਤ ਦੇ ਉੱਤੇ ਚਾੜ੍ਹਦੇ ਸੀਗੇ। ਇਹਦਾ ਸਾਰਾ ਇਹ ਲੰਕਾ ਸੋਨੇ ਦੀ ਸੀਗੀ, ਸੋਨਾ ਉੱਤੇ ਲੱਗਾ ਹੋਇਆ ਸੀਗਾ। ਕਿਸੇ ਕਾਰਨ ਇਹਨੇ ਸੋਨਾ ਲਾਇਆ ਸੀ, ਉਹਦੇ ਦਿਖਾਵੇ ਲਈ ਨਹੀਂ। ਰਾਵਣ ਜਿਹੜਾ ਸੀਗਾ, ਇਹਦੇ ਕੋਲ ਉੱਡਣ ਵਾਲਾ ਵਾਹਨ ਸੀਗਾ। ਹੁਣ ਵੀ ਅਸੀਂ ਦੇਖਦੇ ਹਾਂ ਕਈਆਂ ਕੋਲ ਹੈਲੀਕਾਪਟਰ ਹੁੰਦੇ ਆ ਵਗੈਰਾ। ਉਹਨਾਂ ਸਮਿਆਂ ਦੇ ਵਿੱਚ ਇਹ ਇੱਕੋ ਇੱਕ ਸੀਗਾ ਜਿਸ ਕੋਲ ਇੰਨਾ ਗਿਆਨ ਸੀ। ਫਿਰ ਆਉਂਦਾ ਆ ਇਤਿਹਾਸ ਦੇ ਵਿੱਚ, ਕਹਿੰਦੇ ਕਿ ਇਹਨੇ ਕਾਲ ਨੂੰ ਆਪਣੇ ਪਾਵੇ ਨਾਲ ਬੰਨ੍ਹਿਆ ਸੀ। ਕਾਲ ਨੂੰ ਉਹਨੇ ਆਪਣੇ ਪਾਵੇ ਨਾਲ ਬੰਨ੍ਹਿਆ ਸੀਗਾ। ਅਸੀਂ ਪਹਿਲਾਂ ਜਦੋਂ ਇੱਦਾਂ ਸੁਣਦੇ ਹੁੰਦੇ ਸੀ, ਸੋਚਦੇ ਸੀਗੇ ਕਿ ਅੱਛਾ ਕਿ ਇਹਨੇ ਮੌਤ ਨੂੰ ਬੰਨ੍ਹ ਲਿਆ ਪਾਵੇ ਦੇ ਨਾਲ ਕਿ ਇਹਦੀ ਮ੍ਰਿਤੂ ਨਹੀਂ ਹੋ ਸਕਦੀ। ਪਰ ਐਸਾ ਨਹੀਂ। ਗੁਰੂ ਸਾਹਿਬ ਨੇ ਸਾਨੂੰ ਦੱਸਿਆ ਹੋਇਆ ਗੁਰਮਤਿ ਵਿੱਚ ਕਿ ਮ੍ਰਿਤੂ ਤਾਂ ਸਾਰਿਆਂ ਦੀ ਆਉਣੀ ਆ। ਇਹਨੇ ਕਾਲ ਨੂੰ ਕਿਵੇਂ ਬੰਨ੍ਹਿਆ ਸੀਗਾ ਕਿ ਇਹਨੇ ਮੌਤ ਨੂੰ ਬੰਨ੍ਹਿਆ ਸੀਗਾ ਕਿ ਇਹਨੇ ਐਸੀ ਚੀਜ਼ਾਂ ਦਾ ਕੰਟਰੋਲ ਕੀਤਾ ਹੋਇਆ ਸੀ ਕਿ ਜੇਕਰ ਉਹ ਚਾਹੇ ਤਾਂ ਉਸੇ ਵੇਲੇ ਸਾਰਿਆਂ ਨੂੰ ਖਤਮ ਕਰ ਸਕਦਾ ਸੀਗਾ। ਐਸਾ ਇਹਦੇ ਕੋਲ ਗਿਆਨ ਸੀ। ਜਿਵੇਂ ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਇੱਥੇ ਜਿਹੜੇ ਜੀਵ ਆ ਸੰਸਾਰ ਵਿੱਚ, ਵਿਗਿਆਨੀ ਜਿਹੜੇ ਆ ਖਾਸ ਕਰਕੇ, ਇਹਨਾਂ ਨੇ ਐਸੇ ਅਸਤਰਾਂ ਦਾ ਬਣਾਵਟ ਕੀਤੀ ਹੋਈ ਆ, ਐਸੇ ਅਸਤਰ ਤਿਆਰ ਕੀਤੇ ਹੋਏ ਆ ਦੁਨੀਆ ਦੇ ਵਿੱਚ ਕਿ ਜਿਹਦੇ ਵੱਧ ਤੋਂ ਵੱਧ ਕਿਸੇ ਦਾ ਨੁਕਸਾਨ ਹੋ ਸਕੇ। ਜਿਵੇਂ
ਵਿਗਿਆਨਿਕ ਤੌਰ 'ਤੇ ਜਿਹੜੇ ਵਰਲਡ ਵਾਰ 2 ਦੇ ਵਿੱਚ ਐਟਮ ਬੰਬ ਵਰਤਿਆ ਗਿਆ। ਵਿਗਿਆਨ ਨੇ ਇਹ ਕਾਢ ਕੱਢੀ ਹੈ ਕਿ ਵੱਧ ਤੋਂ ਵੱਧ ਕਿਸੇ ਦਾ ਨੁਕਸਾਨ ਕਰਨ ਲਈ ਐਟਮ ਬੰਬ ਤਿਆਰ ਕੀਤਾ। ਜਦੋਂ ਅਸੀਂ ਇਹਦਾ ਪੁਰਾਤਨ ਇਤਿਹਾਸ ਸੁਣਦੇ ਹਾਂ, ਤ੍ਰੇਤੇ ਯੁੱਗ ਦਾ, ਦੁਆਪਰ ਯੁੱਗ ਦਾ, ਕਈ ਵਾਰੀ ਐਸੇ ਅਸਤਰਾਂ ਦੀ ਗੱਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਜੀਵਾਂ ਦਾ ਨੁਕਸਾਨ ਹੋਵੇ। ਬ੍ਰਹਮਾਸਤਰ ਦੀ ਗੱਲ ਆਉਂਦੀ ਹੈ। ਇਹਨਾਂ ਅਸਤਰਾਂ ਦਾ ਜ਼ਿਕਰ ਆਉਂਦਾ ਹੈ। ਉਹਨਾਂ ਸਮਿਆਂ ਦੇ ਵਿੱਚ ਉਹ ਕਿਹੋ ਜਿਹੇ ਸੀਗੇ, ਇਹ ਤਾਂ ਹੁਣ ਆਪ ਹੀ ਇੱਦਾਂ ਤੁਸੀਂ ਖੋਜ ਕਰ ਸਕਦੇ ਆ ਜੇ ਵਾਲਾ ਦਿਲਚਸਪੀ ਆ। ਪਰ ਮਹਾਰਾਜ ਨੇ ਸਾਨੂੰ ਇਹ ਦੱਸ ਦਿੱਤਾ ਕਿ ਇਹ ਜਿਹੜਾ ਗਿਆਨ ਆ, ਵਿਗਿਆਨ, ਇਹ ਇੱਥੇ ਮਾਇਆ ਤੱਕ ਸੀਮਿਤ ਰਹਿੰਦਾ ਹੈ। ਇਹਦੇ ਰਾਵਣ ਨੇ ਇਹਨੇ ਕੀ ਕੀਤਾ ਸੀਗਾ, ਉਸ ਵੇਲੇ ਜਿਹੜਾ ਪਾਣੀ ਸੀਗਾ ਲੰਕਾ ਦੁਆਰੇ, ਇਹਨੇ ਉਹਨੂੰ ਕੰਟਰੋਲ ਵਿੱਚ ਕੀਤਾ ਹੋਇਆ ਸੀ। ਜਿਵੇਂ ਅਸੀਂ ਦੇਖਦੇ ਹਾਂ ਕਿ ਅਸੀਂ ਵੀ ਡੈਮਸ ਦਾ ਇਸਤੇਮਾਲ ਕਰਦੇ, ਜਿਵੇਂ ਇੰਡੀਆ ਦੇ ਵਿੱਚ ਭਾਖੜਾ ਡੈਮ ਹੈ। ਹੁਣ ਭਾਖੜਾ ਡੈਮ ਜਿਹੜਾ ਆ, ਉਹਦੇ ਨਾਲ ਪਾਣੀ ਦਾ ਕੰਟਰੋਲ ਕੀਤਾ ਹੋਇਆ, ਪਾਣੀ ਨੂੰ ਰੋਕਿਆ ਹੋਇਆ ਹੈ। ਇਹਨੂੰ ਕਹਿੰਦੇ ਕਾਲ ਪਾਵੇ ਨਾਲ ਬੰਨਣਾ। ਅਸੀਂ ਵੀ ਜੀਵਾਂ ਨੇ ਕਾਲ ਨੂੰ ਪਾਵੇ ਨਾਲ ਬੰਨ੍ਹਿਆ ਹੋਇਆ। ਜਿਹੜੇ ਵਿਗਿਆਨੀਆਂ ਨੇ ਐਟਮ ਬੰਬ ਤਿਆਰ ਕੀਤੇ, ਹਾਈਡਰੋਜਨ ਬੰਬ ਤਿਆਰ ਕੀਤੇ ਹੋਏ ਆ, ਇਹਨਾਂ ਨੇ ਵੀ ਕਾਲ ਪਾਵੇ ਨਾਲ ਬੰਨ੍ਹਿਆ ਹੋਇਆ। ਜੇ ਇੱਕ ਵਾਰੀ ਛੱਡ ਦੇਣ ਤਾਂ ਇਹ ਸਾਰਿਆਂ ਦਾ ਨੁਕਸਾਨ ਕਰ ਸਕਦੇ ਆ। ਤਾਂ ਹੀ ਜਿਹੜੇ ਇੱਦਾਂ ਦੇ ਅਸਤਰ ਹੁੰਦੇ ਆ ਜਾਂ ਇੱਦਾਂ ਦੀ ਜਗ੍ਹਾ ਹੁੰਦੀ ਜਿਵੇਂ ਭਾਖੜਾ ਡੈਮ ਆ, ਇਹ ਕੰਟਰੋਲ ਕਰਨਾ ਪੈਂਦਾ, ਬੜੀ ਸੇਫਟੀ ਹੋਣੀ ਚਾਹੀਦੀ ਹੈ। ਨਹੀਂ ਤਾਂ ਇਹਦਾ ਗਲਤ ਪਰਸਨ ਇਸਤੇਮਾਲ ਕਰੇ ਜਾਂ ਗਲਤ ਤਰੀਕੇ ਨਾਲ ਉੱਥੇ ਕੁਝ ਹੋਵੇ ਤਾਂ ਬਹੁਤਾ ਨੁਕਸਾਨ ਹੋ ਜਾਂਦਾ। ਇੱਦਾਂ ਹੀ ਇਹਨੇ ਕਾਲ ਨੂੰ ਪਾਵੇ ਨਾਲ ਬੰਨ੍ਹਿਆ ਹੋਇਆ ਸੀ ਰਾਵਣ ਨੇ ਕਿ ਇਹ ਸਾਰਿਆਂ ਦੀ ਜਿਹੜੇ ਮੌਤ ਆ ਸਕਦੀ ਆ, ਉਹਨਾਂ ਚੀਜ਼ਾਂ ਨੂੰ ਇਹਨੇ ਕੰਟਰੋਲ ਕੀਤਾ ਹੋਇਆ ਸੀ। ਐਸੇ ਹੀ ਜਿੱਦਾਂ ਇਹਨੇ ਚੰਦਰਮਾ ਤੇ ਸੂਰਜ ਦੇ ਜਿਹੜੇ ਊਰਜਾ ਆ ਇਕੱਠੀ ਕੀਤੀ, ਮਹਾਰਾਜ ਨੇ ਸਾਨੂੰ ਗੁਰਬਾਣੀ ਵਿੱਚ ਸਮਝਾਇਆ ਹੋਇਆ ਕਿ ਇਹ ਜਿਹੜੇ 8 ਪਹਿਰ ਆ ਦਿਨ ਦੇ, 24 ਘੰਟੇ, ਇੱਕ ਪਹਿਰ ਹੁੰਦਾ 3 ਘੰਟੇ ਦਾ, 8 ਪਹਿਰ ਗਿਣੇ ਜਾਂਦੇ ਆ ਪੂਰੇ ਦਿਨ ਦੇ 24 ਘੰਟੇ। ਮਹਾਰਾਜ ਕਹਿੰਦੇ ਆ ਗੁਰਬਾਣੀ ਦੇ ਵਿੱਚ ਕਿ 8 ਪਹਿਰੀ 8 ਖੰਡ ਨਾਵਾ ਖੰਡ ਸਰੀਰ, ਤੇ ਇਸ ਵਿੱਚ 9 ਨਿਧ ਨਾਮ ਇੱਕ ਭਾਲੇ ਗੁਣੀ ਗਹੀਰ, ਕਿ 8 ਪਹਿਰਾਂ ਦੇ ਵਿੱਚ ਸਾਡਾ ਜਿਹੜਾ ਸਰੀਰ ਆ, ਇਹਦਾ ਸੰਪਰਕ ਆ ਹੋਰ ਗ੍ਰਹਿਆਂ ਦੇ ਨਾਲ। ਉਹ ਕਿਹੜੇ ਕਿਹੜੇ ਗ੍ਰਹਿ ਆ? ਇੱਕ ਤਾਂ ਹੈ ਸਾਡੀ ਆ ਜਿਹੜੀ ਧਰਤੀ ਆ, ਇਹਨੂੰ ਮਾਤਾ ਦਾ ਖਿਤਾਬ ਦਿੱਤਾ ਹੋਇਆ, ਧਰਤੀ ਮਾਤਾ ਆ, ਮਾਤਾ ਧਰਤ ਮਹਤ। ਇਸ ਤੋਂ ਇਲਾਵਾ ਫਿਰ 7 ਹੋਰ ਖੰਡ ਨੇ ਜਿਹੜੇ ਸਾਡੇ ਇਸ ਧਰਤੀ ਨਾਲ ਤੇ ਸਾਡੇ ਸਰੀਰ ਨਾਲ ਇਹਨਾਂ ਦਾ ਇੱਕ ਰਿਸ਼ਤਾ ਆ, ਨਾਤਾ ਆ। ਉਹ ਹੈ ਸਾਡੇ ਸੂਰਜ, ਜਿਸ ਦੁਆਰੇ ਸਾਰੇ ਸਾਡੇ ਸੋਲਰ ਸਿਸਟਮ ਦੇ ਜਿਹੜੇ ਪਲੈਨੇਟਰੀ ਬਾਡੀਜ਼ ਆ ਘੁੰਮਦੇ ਆ। ਇੱਕ ਚੰਦਰਮਾ ਜਿਹੜਾ ਸਾਡੇ ਧਰਤੀ ਨੂੰ ਔਰਬਿਟ ਕਰਦਾ। ਫਿਰ ਉਸ ਤੋਂ ਇਲਾਵਾ ਹੈ ਮੰਗਲ ਗ੍ਰਹਿ, ਮਾਰਸ, ਬੁੱਧ, ਮਰਕਰੀ, ਬ੍ਰਹਸਪਤ ਜਿਹਨੂੰ ਜੁਪੀਟਰ ਕਹਿ ਦਿੱਤਾ, ਫਿਰ ਸ਼ੁਕਰ ਗ੍ਰਹਿ ਜਿਹਨੂੰ ਵੀਨਸ ਕਹਿੰਦੇ ਆ ਇੰਗਲਿਸ਼ ਵਿੱਚ, ਤੇ ਫਿਰ ਸ਼ਨੀ ਗ੍ਰਹਿ ਜਿਹਨੂੰ ਸੈਟਰਨ ਕਹਿ ਦਿੱਤਾ ਆ। ਜਿਹੜੇ ਨਾਂ ਆ ਦਿਨਾਂ ਦੇ, ਉਹ ਇਹਨਾਂ ਗ੍ਰਹਿਆਂ ਦੇ ਨਾਲ ਸਾਡੇ ਸਰੀਰ ਤੇ ਧਰਤੀ ਨੂੰ ਛੱਡ ਕੇ ਇਹ ਜਿਹੜੇ 7 ਗ੍ਰਹਿ ਆ, ਇਹਨਾਂ ਦੇ ਨਾਲ ਸੰਪਰਕ ਹੋਣ ਕਾਰਨ ਇਹਨਾਂ ਦੇ ਨਾਂ ਰੱਖੇ ਗਏ ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ, ਸ਼ਨੀਵਾਰ। ਹੁਣ ਰਾਵਣ ਉਹਨਾਂ ਸਮਿਆਂ ਦੇ ਵਿੱਚ ਚਾਹੁੰਦਾ ਸੀਗਾ ਕਿ ਇਹ ਵੱਧ ਤੋਂ ਵੱਧ ਐਨਰਜੀ ਦਾ ਇਸਤੇਮਾਲ ਕਰੇ, ਇਹਨਾਂ ਵੱਖ-ਵੱਖ ਗ੍ਰਹਿਆਂ ਦਾ ਇਸਤੇਮਾਲ ਕਰਕੇ। ਹੁਣ ਅਸੀਂ ਛੋਟੇ ਹੁੰਦੇ ਤਾਂ ਪੜ੍ਹਦੇ ਰਹਿੰਦੇ ਸੀਗੇ ਕਿ ਜਾਂ ਸੁਣਦੇ ਰਹਿੰਦੇ ਸੀਗੇ ਕਿ ਜੀ ਜਦੋਂ ਰਾਵਣ ਪੂਰਾ ਹੋਇਆ ਤੇ ਇਹਨੇ ਇੱਕ ਗੱਲ ਕਹੀ ਸੀਗੀ ਕਿ ਲਛਮਣ ਨੂੰ ਰਾਮਚੰਦਰ ਜੀ ਨੇ ਭੇਜਿਆ ਸੀਗਾ ਕਿ ਇਹ ਬੜਾ ਵਿਗਿਆਨੀ ਆ, ਇਹਨੂੰ ਕੁਝ ਵੀ ਤੂੰ ਪੁੱਛਣਾ ਪੁੱਛ ਲਾ। ਅਤੇ ਇੱਕ ਉਹਨਾਂ 'ਚੋਂ ਗੱਲ ਸੀਗੀ ਜਿਹੜੀ ਰਾਵਣ ਨੇ ਉਸ ਵੇਲੇ ਜਾਣ ਵੇਲੇ ਜਦੋਂ ਉਹਦੀ ਮੌਤ ਆਈ, ਉਹ ਸੀਗੀ ਸਵਾਸ ਆਖਰੀ ਸੀ, ਅਤੇ ਇਹਨੇ ਲਛਮਣ ਨੂੰ ਕਿਹਾ ਸੀਗਾ ਕਿ ਕੋਈ ਵੀ ਜਿਹੜਾ ਅੱਜ ਦਾ ਕੰਮ ਹੈ ਨਾ, ਕੱਲ੍ਹ 'ਤੇ ਨਾ ਛੱਡਿਆ ਕਰੋ। ਜੋ ਗੁਰਬਾਣੀ ਦੇ ਵਿੱਚ ਵੀ ਭਗਤ ਕਬੀਰ ਜੀ ਨੇ ਸਾਨੂੰ ਸਮਝਾਇਆ ਹੋਇਆ, ਕਬੀਰ ਕਾਲ ਕਰੰਤਾ ਅਬੇ ਕਰ, ਅਬ ਕਰਤਾ ਸੋਏ ਤਾਲ, ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ।
ਕਿ ਜਦੋਂ ਕਾਲ ਨੇ ਸਿਰ ਤੇ ਆ ਜਾਣਾ, ਮੌਤ ਨੇ ਆ ਜਾਣਾ ਆ, ਫਿਰ ਉਸ ਤੋਂ ਬਾਅਦ ਕੁਝ ਨਹੀਂ ਕਰ ਸਕਦੇ। ਜਿਹੜਾ ਕੰਮ ਕਰਨ ਵਾਲਾ ਹੈ ਨਾ, ਉਹ ਹੁਣੇ ਕਰੋ। ਜਿਹੜਾ ਕੰਮ ਕੱਲ੍ਹ ਨੂੰ ਕਰਨਾ ਹੈ ਉਹ ਅੱਜ ਕਰੋ, ਤੇ ਜਿਹੜਾ ਅੱਜ ਵਾਲਾ ਕੰਮ ਹੈ ਉਹ ਫਟਾਫਟ ਕਰੋ। ਕਬੀਰ ਕਾਲ ਕਰਨ ਤਾਂ ਅਵੇ ਕਰ, ਅਬ ਕਰਤਾ ਸੋਏ ਤਾਲ, ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ। ਹੁਣ ਰਾਵਣ ਚਾਹੁੰਦਾ ਸੀਗਾ ਕਿ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਾ, ਬਾਕੀ ਗ੍ਰਹਿਆਂ ਦਾ ਵੀ, ਚੰਦਰਮਾ ਤੇ ਸੂਰਜ ਦਾ ਤਾਂ ਉਹਨੇ ਕਾਢ ਕੱਢ ਲਈ ਸੀਗੀ, ਤੇ ਉਹ ਦੂਜੇ ਗ੍ਰਹਿਆਂ ਤੱਕ ਇਹ ਉੱਪਰ ਨਹੀਂ ਸਕਿਆ। ਹੁਣ ਸਾਡੇ ਜਿਹੜੀ ਵਿਗਿਆਨ ਇਸ ਵੇਲੇ ਚੱਲ ਰਿਹਾ ਕਲਯੁਗ ਦੇ ਵਿੱਚ, ਸਾਡੇ ਜਿਹੜੇ ਵਿਗਿਆਨੀ ਆ ਇਹ ਭੇਜਦੇ ਆ ਸੈਟੇਲਾਈਟਾਂ ਬਾਹਰ ਇਸ ਧਰਤੀ ਦੇ ਔਰਬਿਟ ਤੋਂ। ਹੁਣ ਜਿਵੇਂ ਵਿਗਿਆਨ ਤੇ ਬ੍ਰਹਮ ਗਿਆਨ ਗੁਰਮਤਿ ਵਿੱਚ ਸਾਨੂੰ ਸਮਝਾਇਆ ਹੋਇਆ ਕਿ ਇਹਨਾਂ ਨੂੰ ਇਕੱਠੇ ਰੱਖੋ। ਜੇਕਰ ਜੀਵ ਸਿਰਫ ਵਿਗਿਆਨ ਨੂੰ ਪਕੜ ਲੈਂਦਾ, ਸਿਰਫ ਮਾਇਆ ਤੱਕ ਸੀਮਿਤ ਰਹਿ ਜਾਣਾ, ਬ੍ਰਹਮ ਗਿਆਨ ਨੂੰ ਜੇ ਛੱਡ ਦਿੰਦਾ, ਤੇ ਉਹੀ ਜਿਹੜਾ ਵਿਗਿਆਨ ਆ ਉਹ ਫਿਰ ਲੋਕਾਂ ਦਾ ਨੁਕਸਾਨ ਕਰਦਾ। ਤਾਂ ਹੀ ਚਾਕੂ ਤੋਂ ਲੈ ਕੇ ਐਟਮ ਸ਼ਕਤੀ ਤੱਕ ਵਿਗਿਆਨ ਨੇ ਅਸਤਰ ਸ਼ਸਤਰ ਬਣਾਏ ਹੋਏ ਆ ਜਿਸ ਦੁਆਰਾ ਵੱਧ ਤੋਂ ਵੱਧ ਨੁਕਸਾਨ ਜੀਵਾਂ ਦਾ ਕੀਤਾ ਜਾਵੇ। ਹੁਣ ਜੇਕਰ ਬ੍ਰਹਮ ਗਿਆਨ ਨਾ ਲਿਆ, ਜਿਹੜਾ ਜੀਵ ਆ ਉਹ ਅਸਤਰ ਸ਼ਾਸਤਰ ਤੇ ਇਹ ਜਿਹੜੀ ਤਾਕਤਾਂ ਆ ਉਹਨਾਂ ਦਾ ਕਿਸੇ ਦੇ ਭਲਾਈ ਵਾਸਤੇ ਇਸਤੇਮਾਲ ਕਰ ਸਕਦਾ ਹੈ। ਜਿਵੇਂ ਜਿਹੜੀ ਨਿਊਕਲੀਅਰ ਪਾਵਰ ਹੁੰਦੀ ਆ ਉਹਦਾ ਫਾਇਦਾ ਦਿੱਤਾ ਜਾ ਸਕਦਾ ਲੋਕਾਂ ਨੂੰ ਭਲਾ ਕਰਨ ਵਾਸਤੇ। ਪਰ ਜਿਸ ਹਿਸਾਬ ਦੇ ਨਾਲ ਵਿਗਿਆਨੀ ਨੇ ਅੱਜ ਇਹਨੂੰ ਕਾਬੂ ਕੀਤਾ ਹੋਇਆ ਆ, ਉਹ ਭਲਾਈ ਵਾਲਾ ਘੱਟ ਵਰਤਦੇ ਆ, ਪਰ ਇਹਨਾਂ ਨੇ ਐਸੀਆਂ ਚੀਜ਼ਾਂ ਬਣਾਈਆਂ ਹੋਈਆਂ ਜਿਹੜਾ ਨਿਊਕਲੀਅਰ ਪਾਵਰ ਨੂੰ ਨੁਕਸਾਨ ਦੇਣ ਲਈ ਦੁਨੀਆ ਨੂੰ ਬਣਾਇਆ ਜਾਵੇ, ਜਿਵੇਂ ਹਾਈਡਰੋਜਨ ਬੰਬ ਤੱਕ ਪਹੁੰਚ ਗਏ। ਹੁਣ ਰਾਵਣ ਚਾਹੁੰਦਾ ਸੀਗਾ ਕਿ ਇਹਨਾਂ ਗ੍ਰਹਿਆਂ ਤੱਕ ਜਾਣਾ, ਤੇ ਅੱਜ ਵਿਗਿਆਨੀ ਜਿਹੜੇ ਆ ਇਹਨਾਂ ਗ੍ਰਹਿਆਂ ਤੱਕ ਆਪਣੇ ਜਿਹੜੇ ਯੰਤਰ ਆ ਭੇਜ ਰਹੇ ਆ। ਜਿਵੇਂ ਸੈਟੇਲਾਈਟ ਦੁਆਰਾ ਕਿਸੇ ਗ੍ਰਹਿ ਤੱਕ ਇਹਨਾਂ ਨੇ ਜਾਣਾ ਹੈ, ਕੋਈ ਵੀ ਇਹਨਾਂ ਨੇ ਯੰਤਰ ਭੇਜਣਾ ਹੋਵੇ। ਹੁਣ ਜਿਵੇਂ ਮੰਗਲ ਗ੍ਰਹਿ ਤੇ ਇਹਨਾਂ ਨੇ ਰੋਵਰ ਭੇਜਿਆ ਹੋਇਆ, ਤੇ ਉਹਦੀਆਂ ਫੋਟੋਆਂ ਖਿੱਚ ਕੇ ਵਾਪਸ ਭੇਜਦਾ ਆ। ਜਦੋਂ ਅਸੀਂ ਇਸ ਮੰਡਲ ਤੋਂ, ਸਾਡੀ ਜਿਹੜੀ ਧਰਤੀ ਆ ਇਸ ਤੋਂ ਉੱਪਰ ਕੋਈ ਚੀਜ਼ ਭੇਜਦੇ ਆ, ਐਵਰੀ ਟਾਈਮ ਜਿਹੜਾ ਸਾਡਾ ਇਹਦਾ ਓਜ਼ੋਨ ਲੇਅਰ ਆ, ਗੁਰਬਾਣੀ ਦੇ ਵਿੱਚ ਦੱਸਿਆ ਹੋਇਆ, ਇਹਨੂੰ ਤਵਲ ਕਿਹਾ ਹੋਇਆ ਕਿ ਹਰੇਕ ਪਲੈਨੇਟਰੀ ਬਾਡੀ ਦੇ ਦੁਆਲੇ ਇੱਕ ਰੱਖਿਆ ਚੱਕਰ ਪ੍ਰਮਾਤਮਾ ਨੇ ਬਣਾਇਆ ਹੋਇਆ, ਜਿਹਨੂੰ ਤਵਲ ਕਹਿ ਦਿੱਤਾ, ਜਿਹਨੂੰ ਮਹਾਰਾਜ ਕਹਿੰਦੇ ਸੁਣਿਆ ਧਰਤ ਤਵਲ ਆਕਾਸ਼। ਤਵਲ ਹੁੰਦਾ ਹੈ ਰੱਖਿਆ ਚੱਕਰ। ਇਹ ਰੱਖਿਆ ਚੱਕਰ ਹੁੰਦੇ ਆ ਜਿਹੜੇ ਤਵਲ ਬਣਾਏ ਹੋਇਆ ਇਹਨਾਂ ਖੰਡਾਂ ਦੇ ਦੁਆਲੇ। ਜਿਵੇਂ ਧਰਤੀ ਦੇ ਦੁਆਲੇ ਹੈ, ਇਹਦੇ ਫਿਰ ਲੇਅਰਸ ਹੁੰਦੇ ਆ, ਜਿਵੇਂ ਓਜ਼ੋਨ ਲੇਅਰ ਆ, ਇਹਦੇ ਵੱਖ-ਵੱਖ ਲੇਅਰ ਹੁੰਦੇ ਆ, ਸਟ੍ਰੈਟੋਸਫੀਅਰ। ਤੇ ਜਿਵੇਂ ਸਾਡੇ ਜਿਹੜਾ ਧਰਤੀ ਦਾ ਆ ਓਜ਼ੋਨ ਲੇਅਰ ਥੋੜ੍ਹਾ ਜਿਹਾ ਕਿਤੇ ਨਾ ਕਿਤੇ ਡਿਪਲੀਟ ਹੁੰਦਾ ਜਾਂਦਾ ਆ ਜਾਂ ਹੋਇਆ, ਜਿਵੇਂ ਅਸੀਂ ਪੋਲੂਸ਼ਨ ਕਰਦੇ ਹਾਂ ਤੇ ਇਹਦੇ ਉੱਤੇ ਇਹਦਾ ਅਸਰ ਹੁੰਦਾ ਆ। ਇੱਦਾਂ ਹੀ ਜਦੋਂ ਸੈਟੇਲਾਈਟ ਭੇਜੀ ਜਾਂਦੀ ਆ ਬਾਹਰ, ਇਹ ਜਿਹੜਾ ਲੇਅਰ ਨੂੰ ਪੈਨੇਟ੍ਰੇਟ ਕਰਕੇ ਇਹ ਥੋੜ੍ਹਾ ਜਿਹਾ ਉੱਥੋਂ ਹਲਕਾ ਹੋ ਜਾਂਦਾ ਆ। ਇੱਦਾਂ ਹੀ ਦੂਜੇ ਗ੍ਰਹਿਆਂ ਨੂੰ ਜਦੋਂ ਅਸੀਂ ਭੇਜਦੇ ਹਾਂ ਕੋਈ ਸੈਟੇਲਾਈਟ ਵਿਗਿਆਨਕ ਤੌਰ 'ਤੇ, ਤੇ ਉਹਦਾ ਜਦੋਂ ਧਵਲ ਨੂੰ ਪਾਰ ਕਰਦਾ ਉੱਧਰੋਂ ਵੀ ਉਹ ਥੋੜ੍ਹਾ ਜਿਹਾ ਹਲਕਾ ਹੋ ਜਾਂਦਾ ਆ। ਹੁਣ ਕਿਉਂਕਿ ਕਰੋਨਾ ਵਾਇਰਸ ਦੇ ਦਿਨਾਂ ਦੇ ਵਿੱਚ ਪੋਲੂਸ਼ਨ ਘੱਟ ਗਈ ਬਹੁਤ, ਇਹ ਓਜ਼ੋਨ ਲੇਅਰ ਜਿਹੜਾ ਸਾਡਾ ਆ ਇਹ ਕਈ ਜਗ੍ਹਾ ਰਿਪੇਅਰ ਵੀ ਹੋ ਰਿਹਾ ਆ। ਪਰ ਚਲੋ ਇਹ ਤਾਂ ਵਿਗਿਆਨ ਆ। ਮਤਲਬ ਕਹਿਣ ਦਾ ਕਿ ਅਸੀਂ ਸਾਰੇ ਇਹ ਵਿਗਿਆਨ ਦਾ ਇਸਤੇਮਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਦੇਖ ਰਹੇ ਹਾਂ ਕਲਯੁਗ ਦੇ ਵਿੱਚ। ਤੇ ਇਹ ਜਿਹੜਾ ਵਿਗਿਆਨ ਆ, ਜਦੋਂ ਇੱਦਾਂ ਅਸੀਂ ਦ੍ਰਿਸ਼ਟਮਾਨ ਯੰਤਰਾਂ ਦਾ ਇਸਤੇਮਾਲ ਕਰਦੇ ਆ, ਤਾਂ ਜਿਵੇਂ ਇਹ ਧਵਲ ਨੂੰ ਅਸੀਂ ਪਾਰ ਕਰਦੇ ਹਾਂ ਤੇ ਧਵਲ ਦਾ ਨੁਕਸਾਨ ਹੁੰਦਾ ਆ। ਇਹ ਜਿਹੜੇ ਗ੍ਰਹਿ ਆ ਇਹਨਾਂ ਦਾ ਆਪਸ ਵਿੱਚ ਹੀ ਰਿਸ਼ਤਾ ਆ, ਤੇ ਇਹ ਸਾਰੇ ਗ੍ਰਹਿ ਜਿਹੜੇ ਇਹ 9 ਖੰਡ ਆ ਇਨਕਲੂਡਿੰਗ ਆਰ ਬਾਡੀ, ਇਹਨਾਂ ਦਾ ਕੋਈ ਨਾ ਕੋਈ ਅਸਰ ਹੁੰਦਾ ਆ। ਜਿਵੇਂ ਹੁਣ ਸੂਰਜ ਸਾਰਿਆਂ ਨਾਲੋਂ ਵੱਡਾ ਆ, ਇਹਦੀ ਰੋਸ਼ਨੀ UV ਲਾਈਟ ਜਿਹੜੀ ਆ ਉਹ ਸਾਡੇ ਸਕਿਨ 'ਤੇ ਪੈਂਦੀ ਆ, ਸਾਡੀ ਬਾਡੀ ਨੂੰ ਟੱਚ ਕਰਦੀ ਹੈ, ਤੇ ਸਾਡੇ ਅੰਦਰ ਵਿਟਾਮਿਨ D ਜਿਹੜਾ ਪ੍ਰਗਟ ਹੁੰਦਾ ਹੈ, ਸਾਨੂੰ ਵਿਟਾਮਿਨ D ਦੀ ਪ੍ਰਾਪਤੀ ਹੁੰਦੀ ਆ। ਇੱਦਾਂ ਹੀ ਇਹ ਗ੍ਰਹਿ ਜਿਹੜੇ ਆ ਇਹਨਾਂ ਦਾ ਕੋਈ ਨਾ ਕੋਈ ਊਰਜਾ ਆ ਜਿਹੜੀ ਕੰਟਰੋਲ ਦੇ ਵਿੱਚ ਪ੍ਰਮਾਤਮਾ ਨੇ ਰੱਖੀ ਹੋਈ ਆ। ਸਾਰੇ ਸੂਰਜ ਨੂੰ ਔਰਬਿਟ ਕਰ ਰਿਹਾ ਆ। ਸੂਰਜ ਜਿਹੜਾ ਆ ਇਹ ਵੀ ਕਿਸੇ ਗੈਲੈਕਸੀ ਨੂੰ ਔਰਬਿਟ ਕਰ ਰਿਹਾ, ਕਿਸੇ ਰਫ਼ਤਾਰ 'ਤੇ ਇਹ ਚੱਲ ਰਿਹਾ ਆ। ਸਾਰੇ ਪਾਸੇ ਇਹ ਇੱਕ ਦੂਸਰੇ ਦੇ ਧਵਲ ਦੇ ਵਿੱਚ ਗ੍ਰੈਵੀਟੇਸ਼ਨਲ ਫੋਰਸ ਦੇ ਵਿੱਚ ਕਾਟ ਆ, ਤੇ ਇਸ ਤਰੀਕੇ ਦੇ ਨਾਲ ਹੋ ਰਿਹਾ ਆ। ਇਸ
ਗੈਲੈਕਸੀ ਦੇ ਵਿੱਚ, ਸਾਰੇ ਬ੍ਰਹਿਮੰਡ ਦੇ ਵਿੱਚ ਆਰਤੀ ਪ੍ਰਮਾਤਮਾ ਦੀ, ਜਿਹਨੂੰ ਮਹਾਰਾਜ ਕਹਿੰਦੇ ਭਵ ਖੰਡਨਾ ਤੇਰੀ ਆਰਤੀ। ਇਹ ਸਾਰੇ ਪਲੈਨੇਟਰੀ ਬਾਡੀਜ਼ ਇਨ ਮੂਵਮੈਂਟ ਹੈ। ਹੁਣ ਸਾਡੇ ਜਿਹੜੇ ਗ੍ਰਹਿ ਆ ਸਾਰੇ ਔਰਬਿਟ ਕਰਦੇ ਆ ਸੂਰਜ ਨੂੰ, ਚੰਦਰਮਾ ਸਾਡੇ ਨਾਲ ਨਾਲ ਧਰਤੀ ਨੂੰ ਵੀ ਘੁੰਮੀ ਜਾਂਦਾ। ਹੁਣ ਤੁਸੀਂ ਦੇਖੋਗੇ ਕਿ ਜਦੋਂ ਦਾ ਵਿਗਿਆਨ ਨੇ ਇਹਦਾ ਤਰੱਕੀ ਹਾਸਲ ਕੀਤੀ ਆ, ਤੇ ਇੱਥੇ ਸਾਡੀ ਜਿਹੜੀ ਧਰਤੀ ਆ, ਇੱਥੇ ਜਿਹੜਾ ਵਾਤਾਵਰਨ ਹੈ, এনवायरमेंट ਆ, ਇੱਥੇ ਕੋਈ ਅਸਰ ਹੋਇਆ ਆ। ਪਿਤਾ ਜੀ ਦੱਸਦੇ ਹੁੰਦੇ ਸੀ, ਕਹਿੰਦੇ ਸੀ ਕਿ ਜਿੱਦਾਂ ਵਿਗਿਆਨ ਨੇ ਹੁਣ ਮੰਗਲ ਗ੍ਰਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਹਿਲਾਂ ਚੰਦਰਮਾ ਨੂੰ ਜਾਂਦੇ ਰਹੇ, ਤੇ ਇਹ ਜਿਹੜਾ ਸਾਡਾ এনवायरमेंट ਆ ਸਾਡੀ ਧਰਤੀ ਦਾ, ਇਹਦੇ 'ਤੇ ਇੱਦਾਂ ਦਾ ਅਸਰ ਹੋ ਚੁੱਕਾ ਹੈ ਕਿ ਹੁਣ ਦੇ ਸਮੇਂ ਦੇ ਵਿੱਚ ਬਿਮਾਰੀਆਂ ਇੱਦਾਂ ਦੀਆਂ ਪੈਦਾ ਹੁੰਦੀਆਂ ਕਿ ਸਹਿਜੇ ਕਿਤੇ ਉਹਨਾਂ ਦਾ ਇਲਾਜ ਨਹੀਂ ਲੱਭਦਾ, ਕਿਉਂਕਿ ਇਹ ਜਿਹੜੀ ਛੇੜਛਾੜ ਹੁੰਦੀ ਆ ਨੇਚਰ ਦੇ ਨਾਲ, ਜਦੋਂ ਜੀਵ ਕਰਦਾ ਆ, ਇਹਦਾ ਕੋਈ ਨਾ ਕੋਈ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਕਈ ਵਾਰੀ ਕੋਈ ਇਹ ਸੋਲੂਸ਼ਨ ਵੀ ਲੱਭ ਲੈਂਦੇ ਆ ਜੇ ਸਹੀ ਤਰੀਕੇ ਨਾਲ ਚੱਲਣ, ਪਰ ਜਦੋਂ ਇੱਦਾਂ ਇਹ ਛੇੜਛਾੜ ਕਰਦੇ ਆ, ਕਦੇ ਕਿਸੇ ਧਵਲ 'ਤੇ ਕੁਝ ਭੇਜ ਦਿੱਤੇ, ਕਦੇ ਕਿਤੇ, ਤੇ ਇਹ এনवायरमेंट 'ਤੇ ਫਰਕ ਪੈਂਦਾ ਆ। ਹੁਣ ਪਿਤਾ ਜੀ ਹੁਣੀ ਕਹਿੰਦੇ ਸੀ ਜਿਵੇਂ ਰੇਹਾਂ ਸਪਰੇਆਂ ਦਾ ਇਸਤੇਮਾਲ ਕਰਕੇ ਫਸਲ ਹੁੰਦੀ ਹੈ ਅੱਜ ਕੱਲ੍ਹ। ਪੁਰਾਣੇ ਸਮੇਂ ਦੇ ਵਿੱਚ ਡਿਫਰੈਂਟ ਸੀਗਾ ਮਾਹੌਲ, এনवायरमेंट ਡਿਫਰੈਂਟ ਸੀਗੀ। ਹੁਣ ਜਦੋਂ ਇੱਦਾਂ ਟੈਕਨੋਲੋਜੀ ਦੁਆਰਾ ਤਰੱਕੀ ਕੀਤੀ ਜਾਂਦੀ ਹੈ, ਅਤੇ ਕਿਤੇ ਨਾ ਕਿਤੇ ਕੋਈ ਪਰਲੋ ਆ ਜਾਂਦੀ, ਕਿਤੇ ਨਾ ਕਿਤੇ ਕੋਈ ਅੱਧੀ ਪਰਲੋ ਆ ਜਾਂਦੀ ਹੈ। ਪਿਤਾ ਜੀ ਕਹਿੰਦੇ ਸੀਗੇ ਕਿ ਜਿਸ ਦਿਨ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਅਤੇ ਸ਼ਨੀ ਗ੍ਰਹਿ ਜਿਹੜਾ ਸੈਟਰਨ ਆ, ਉਹਨੂੰ ਪੈਨੇਟਰੇਟ ਕਰਨ ਦੀ ਕੋਸ਼ਿਸ਼ ਇਹਨਾਂ ਨੇ ਕੀਤੀ, ਇੱਥੇ ਬਹੁਤ ਹਲਚਲ ਜਿਹੜੀ ਆ ਮਚ ਜਾਣੀ ਆ, ਇੱਥੇ ਕਾਫੀ ਨੁਕਸਾਨ ਹੋਣਾ ਹੈ ਜੀਵਨ ਦਾ, ਕਿਉਂਕਿ ਸਾਇੰਸ ਉਹਨਾਂ ਚੀਜ਼ਾਂ ਨੂੰ ਛੇੜ ਰਿਹਾ ਹੈ, ਐਸੀ ਚੀਜ਼ਾਂ ਕਰ ਰਿਹਾ ਜਿਹੜਾ ਇਹ ਫਰਕ ਪੈਂਦਾ ਹੈ ਇਹਨਾਂ ਗ੍ਰਹਿਆਂ ਦੇ ਆਪਸ ਵਿੱਚ ਹੀ, ਜਿਹੜਾ ਇਹਨਾਂ ਦਾ ਐਨਰਜੀ ਦਾ ਰਿਲੇਸ਼ਨਸ਼ਿਪ ਆ। ਤੁਸੀਂ ਦੇਖੋਗੇ ਵੀ ਜਿਨ੍ਹਾਂ ਨੇ ਸ਼ਨੀ ਗ੍ਰਹਿ ਦੇ ਕਦੇ ਫੋਟੋ ਦੇਖੀ ਹੈ ਕਿ ਉਹਦੇ ਆਲੇ ਦੁਆਲੇ ਜਿਹੜਾ ਦਿੱਤਾ ਹੋਇਆ ਧਵਲ, ਉਹ ਬੜਾ ਪਰਬਲ ਆ। ਦ ਰਿੰਗਸ ਆਫ ਸੈਟਰਨ, ਉਹ ਬੜਾ ਯੂਨੀਕ ਆ। ਜਿਸ ਦਿਨ ਉਹਨੂੰ ਪੈਨੇਟਰੇਟ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਤਾਂ ਨੁਕਸਾਨ ਬਹੁਤ ਹੋਊਗਾ। ਤਾਂ ਹੀ ਸਾਨੂੰ ਵਾਰ-ਵਾਰ ਗੁਰਬਾਣੀ 'ਚ ਸਮਝਾਇਆ ਹੋਇਆ ਹੈ ਕਿ ਤੁਸੀਂ ਅਭਿਆਸ ਕਰੋ। ਅਭਿਆਸ ਕਰੋਗੇ ਅਤੇ ਜਿਹੜੇ ਤੱਤਾਂ ਦਾ ਸੰਤੁਲਨ ਆ, ਐਲੀਮੈਂਟਸ ਜਿਹੜੇ 5 ਆ ਸਾਡੇ ਬਾਡੀ ਦੇ, ਇਹਨਾਂ ਦਾ ਜਿਹੜਾ ਬੈਲੈਂਸ ਆ ਬਣਿਆ ਰਹੂਗਾ, ਖਰਾਬੀ ਨਾ ਹੋਊਗੀ। ਜਿਉਂ-ਜਿਉਂ ਅਸੀਂ ਇੱਦਾਂ ਟੈਕਨੋਲੋਜੀ ਦੇ ਵਿੱਚ ਵੜਦੇ ਜਾਂਦੇ ਹਾਂ, ਅਤੇ ਇਹ ਜਿਹੜਾ ਟੈਕਨੋਲੋਜੀ ਹੈ ਇਹ ਸਾਨੂੰ ਕਈ ਵਾਰੀ ਹਾਰਮ ਕਰਦੀ ਹੈ ਜੇ ਇਹਦਾ ਸਹੀ ਇਸਤੇਮਾਲ ਕਰਦੇ ਨੇ। ਹੁਣ ਰਾਵਣ ਨੇ ਇਹੀ ਕੰਮ ਕਰਨਾ ਸੀਗਾ, ਇਹਨੇ ਗ੍ਰਹਿਆਂ ਦਾ ਊਰਜਾ ਜਿਹੜੀ ਹੈ ਦੂਜਿਆਂ ਦੀ ਵੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ ਸੀਗੀ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਦਾ ਮਕਸਦ ਇਹ ਸੀਗਾ। ਪਰ ਫਿਰ ਭਗਤ ਕਬੀਰ ਜੀ ਨੇ ਇਹ ਸਾਨੂੰ ਦੱਸਿਆ, ਕਹਿੰਦੇ ਕਿ ਗੁਰਮਤਿ ਰਾਮੈ ਨਾਮ ਵਸਾਈ, ਕਿ ਗੁਰਮਤਿ ਦੇ ਵਿੱਚ ਤਾਂ ਇਹ ਹੈ ਕਿ ਰਾਮ ਦਾ ਨਾਮ ਅੰਦਰ ਵਸਾਓ, ਅਸਤਰ ਰਹਿ ਨਾ ਕਤਹੁ ਜਾਈ, ਕਿ ਬਾਕੀ ਜਿਹੜੀਆਂ ਚੀਜ਼ਾਂ ਦੁਨੀਆ ਦੇ ਵਿੱਚ ਇਹਨਾਂ ਨੇ ਥਿਰ ਨਹੀਂ ਰਹਿਣਾ। ਜਿਹੜਾ ਰਾਮ ਦਾ ਨਾਮ ਆ ਉਹ ਥਿਰ ਰਹੂਗਾ, ਉਹਨੇ ਕਿਤੇ ਜਾਣਾ ਨਹੀਂ, ਉਹਨੇ ਹਮੇਸ਼ਾ ਹੀ ਥਿਰ ਰਹਿਣਾ ਅਤੇ ਤੁਹਾਨੂੰ ਵੀ ਥਿਰ ਬਣਾਊਗਾ। ਕਹਿਤ ਕਬੀਰ ਸੁਨੋ ਰੇ ਲੋਈ, ਰਾਮ ਨਾਮ ਬਿਨ ਮੁਕਤ ਨਾ ਹੋਏ, ਕਿ ਰਾਮ ਦੇ ਨਾਮ ਤੋਂ ਬਗੈਰ ਮੁਕਤੀ ਨਹੀਂ ਹੋ ਸਕਦੀ। ਹੁਣ ਇਹ ਰਾਵਣ ਜਿਹੜਾ ਸੀਗਾ, ਇਹਨੇ ਇੰਨਾ ਵਿਗਿਆਨ ਇਕੱਤਰ ਕੀਤਾ। ਇਹ ਗੱਲ ਕੀ ਸੀਗੀ, ਇੱਦਾਂ ਹੋਇਆ ਕਿਵੇਂ? ਪਹਿਲਾਂ ਇਹ ਕਰਦਾ ਸੀ ਭਗਤੀ, ਜਿਸ ਦਾ ਜ਼ਿਕਰ ਆਉਂਦਾ ਆ ਗੁਰਬਾਣੀ ਦੇ ਵਿੱਚ। ਸੰਮਨ ਅਤੇ ਮੂਸਣ ਹੋਏ ਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਬਹੁਤ ਪਿਆਰੇ ਗੁਰਸਿੱਖ। ਸੰਮਨ ਪਿਤਾ ਸੀ, ਮੂਸਣ ਉਹਨਾਂ ਦਾ ਬੇਟਾ ਸੀ। ਗੁਰਸਿੱਖ ਦਾ ਨਾਮ ਲੈ ਕੇ, ਸੰਮਨ ਦਾ ਨਾਮ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਸਮਝਾਇਆ, ਕਹਿੰਦੇ ਕਿ ਆਹ ਜਿਹੜੀ ਪ੍ਰੇਮਾ ਭਗਤੀ ਆ, ਇਹ ਜਿਹੜਾ ਪਿਆਰ ਆ ਨਾ, ਇਹ ਖਰੀਦਿਆ ਨਹੀਂ ਜਾ ਸਕਦਾ। ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉਂ ਹੋਤੀ ਸਾਠ, ਰਾਵਣ ਹੋਤੇ ਸੋ ਰੰਕ ਨਹਿ ਜਿਨ ਸਿਰ ਦੀਨੇ ਕਾਟ। ਕਹਿੰਦੇ ਕਿ ਜੇ ਕੋਈ ਇਹਨੂੰ ਪੈਸੇ ਨਾਲ ਖਰੀਦ ਸਕੇ ਨਾ, ਜਿਹੜੇ ਪ੍ਰੇਮਾ ਭਗਤੀ ਆ, ਪਿਆਰ ਪਰਮਾਤਮਾ ਦੇ ਨਾਲ, ਫਿਰ ਕਹਿੰਦੇ ਕਿ ਰਾਵਣ ਜਿਹੜਾ ਉਹ ਤਾਂ ਬਹੁਤ ਵੱਡਾ ਰਾਜਾ ਸੀਗਾ, ਪਰ ਉਹਨੂੰ ਵੀ ਇਹ ਪ੍ਰਾਪਤੀ ਨਹੀਂ ਹੁੰਦੀ ਸੀ ਪ੍ਰੇਮਾ ਭਗਤੀ ਦੀ, ਭਾਵੇਂ ਉਹ ਆਪਣਾ ਸੀਸ ਕੱਟ ਕੇ ਦੇ ਦਿੰਦਾ ਸੀਗਾ। ਉਹ ਭਗਤੀ ਇਸ ਤਰੀਕੇ ਨਾਲ ਕਰਦਾ ਸੀਗਾ ਕਿ ਉਹਨੇ ਜਦੋਂ ਉਸ ਮੰਜ਼ਿਲ 'ਤੇ ਪਹੁੰਚਣਾ, ਇਹ ਆਪਣਾ ਸੀਸ ਭੇਟ ਕਰ ਦਿੰਦਾ ਸੀਗਾ ਅਤੇ ਪ੍ਰਮਾਤਮਾ ਇਹਨੂੰ ਫਿਰ ਮੁੜ ਕੇ ਸੁਰਜੀਤ ਕਰ ਦਿੰਦੇ ਸੀ। ਇਹਨੇ ਇੱਦਾਂ 10 ਵਾਰ ਕੀਤਾ ਤਾਂ ਇਹਦਾ ਨਾਮ ਪਿਆ ਦਹਿਸਰ।
ਤੇ ਜਦੋਂ ਵੀ ਉੱਥੇ ਜਾਂਦਾ ਸੀਗਾ, ਜਿਵੇਂ ਗੁਰੂ ਸਾਹਿਬ ਨੇ ਸਾਨੂੰ ਇੱਥੇ ਸਮਝਾ ਦਿੱਤਾ ਕਿ ਰਾਮ ਨਾਮ ਬਿਨ ਮੁਕਤੀ ਨਹੀਂ ਹੁੰਦੀ, ਤੇ ਰਾਮ ਦਾ ਨਾਮ ਅਸੀਂ ਪ੍ਰਾਪਤ ਕਰਨਾ, ਇਹ ਸਾਡਾ ਮਕਸਦ ਹੋਣਾ ਚਾਹੀਦਾ। ਇਹ ਰਾਵਣ ਉੱਥੇ ਜਾ ਕੇ ਕੀ ਕਰਦਾ ਸੀਗਾ, ਇਹ ਦੁਨਿਆਵੀ ਮੰਗਾਂ ਸ਼ੁਰੂ ਕਰਦਾ ਸੀਗਾ। ਇੱਧਰਲੇ ਮਾਇਆ ਦਾ ਗਿਆਨ ਲੈਣ ਦਾ ਇਹਨੂੰ ਜ਼ਿਆਦਾ ਰੁਚੀ ਸੀਗੀ। ਤਾਂ ਫਿਰ ਇਹ ਭਗਤੀ ਮਾਰਗ ਤੋਂ ਭਟਕ ਗਿਆ। ਇਹਨੂੰ ਗਿਆਨ ਬੜਾ ਸੀਗਾ, ਵੇਦਾਂ ਦਾ ਗਿਆਨ ਬੜਾ ਸੀਗਾ ਕਿ ਕਿਵੇਂ ਅਭਿਆਸ ਕਰਨਾ ਪਹਿਲਾਂ, ਤੇ ਨਾਲ ਨਾਲ ਫਿਰ ਵੀ ਬਾਅਦ ਚ ਕਰਦਾ ਰਿਹਾ। ਪਰ ਇਹਦੀ ਰੁਚੀ ਜ਼ਿਆਦਾ ਸੀਗੀ ਇਸ ਵਿਗਿਆਨ ਵੱਲ ਨੂੰ, ਕਿ ਵੱਧ ਤੋਂ ਵੱਧ ਮੈਂ ਇੱਥੇ ਦੁਨੀਆ ਦਾ ਗਿਆਨ ਇਕੱਤਰ ਕਰਾਂ। ਤਾਂ ਹੀ ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਕਿ ਜਦੋਂ ਅਸੀਂ ਪ੍ਰਮਾਤਮਾ ਦੇ ਸਨਮੁਖ ਹੋਣਾ, ਸਾਡੀ ਇੱਕੋ ਇੱਕ ਮੰਗ ਹੋਣੀ ਚਾਹੀਦੀ ਹੈ, ਉਹ ਹੈ ਪ੍ਰਮਾਤਮਾ ਦਾ ਨਾਮ, ਕਿ ਸੱਚੇ ਪਾਤਸ਼ਾਹ ਸਾਨੂੰ ਆਪਣਾ ਨਾਮ ਬਖਸ਼ੋ। ਤਾਂ ਮਹਾਰਾਜ ਨੇ ਕਹਿ ਦਿੱਤਾ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ, ਕਿ ਤੁਸੀਂ ਸਾਨੂੰ ਆਪਣਾ ਨਾਮ ਬਖਸ਼ੋ ਜਿਸ ਦੁਆਰਾ ਸਾਨੂੰ ਸੰਤੋਖ ਮਿਲੇ। ਹੁਣ ਇਹ ਰਾਵਣ ਦੀ ਉਦਾਹਰਨਾਂ ਦੇ ਕੇ ਫਿਰ ਸਾਨੂੰ ਇੱਦਾਂ ਸਮਝਾ ਦਿੱਤਾ ਕਿ ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ, ਕਿ ਇਹਦੇ ਨਾਲੋਂ ਵੱਡਾ ਕਿਹੜਾ ਰਾਜਾ ਹੋਇਆ ਪਾਸਟ ਦੇ ਵਿੱਚ ਜਿਹਦੇ ਕੋਲ ਸੋਨਾ ਦੀ ਲੰਕਾ ਸੀਗੀ। ਕਹਾ ਪਿਓ ਦਰ ਬੰਦੇ ਹਾਥੀ ਖਿਨਮੇ ਪਈ ਪਰਾਈ, ਇਹਨੇ ਹਾਥੀ ਜਿਹੜੇ ਬੰਨੇ ਸੀਗੇ ਆਪਣੇ ਗੇਟ ਤੇ, ਉਹ ਕਿੱਥੇ ਗਿਆ? ਸਾਰਾ ਕੁਝ ਪਰਾਇਆ ਉਹਦੇ ਲਈ ਹੋ ਗਿਆ। ਇਹਨੂੰ ਫਿਰ ਖਿਤਾਬ ਕਿਹੜਾ ਮਿਲਿਆ? ਜਿਹੜੇ ਲੋਕੀ ਹੁਣ ਕਹਿੰਦੇ ਆ ਕਿ ਵਿਗਿਆਨ ਹੀ ਸਭ ਕੁਝ ਹੈ, ਮਹਾਰਾਜ ਕਹਿੰਦੇ ਲੰਕਾ ਗੜ ਸੋਨੇ ਕਾ ਭਿਆ, ਮੂਰਖ ਰਾਵਣ ਕਿਆ ਲੈ ਗਿਆ। ਕਹਿੰਦੇ ਮੂਰਖ ਜਿਹੜਾ ਆ ਰਾਵਣ, ਇਹ ਕੀ ਲੈ ਕੇ ਗਿਆ ਇੱਥੋਂ? ਇੰਨਾ ਹੰਕਾਰ ਗਿਆ ਸੀਗਾ, ਇਹਨੇ ਗਾਂ ਦਾ ਸੋਚਿਆ ਨਹੀਂ। ਭਗਤੀ ਜਿਹੜੀ ਆ, ਮਹਾਰਾਜ ਨੇ ਤਾਂ ਸਾਨੂੰ ਸਮਝਾ ਦਿੱਤਾ ਕਿ ਇਹ ਹੈ ਕਿ ਅਸੀਂ ਪਰਮਾਤਮਾ ਨਾਲ ਮਿਲਾਪ ਕਰੀਏ। ਇਹਦਾ ਧਿਆਨ ਪੂਰੇ ਦਾ ਪੂਰਾ ਇਹ ਸੀਗਾ ਕਿ ਮੈਂ ਦੁਨਿਆਵੀ ਗਿਆਨ ਇਕੱਤਰ ਕਰਕੇ ਇਹਦਾ ਇਸਤੇਮਾਲ ਕਰਾਂ, ਸ਼ਕਤੀਆਂ ਜਿੱਦਾਂ ਪ੍ਰਾਪਤ ਕਰਨੀਆਂ। ਇੱਦਾਂ ਹੀ ਹਰਨਾਕਸ਼ ਦਾ ਜ਼ਿਕਰ ਆਉਂਦਾ ਹੈ ਗੁਰਬਾਣੀ ਦੇ ਵਿੱਚ। ਹਰਨਾਕਸ਼ ਜਿਹੜਾ ਸੀ ਭਗਤ ਪ੍ਰਹਿਲਾਦ ਜੀ ਦਾ ਪਿਤਾ, ਹਰਨਾਕਸ਼ ਨੇ ਵੀ ਪਹਿਲਾਂ ਭਗਤੀ ਕੀਤੀ, ਪਰ ਜਦੋਂ ਉੱਥੇ ਪਹੁੰਚਿਆ ਜਿੱਥੇ ਜਾ ਕੇ ਉਹਨੇ ਨਾਮ ਮੰਗਣਾ ਸੀ, ਉਹ ਮੰਗਣ ਲੱਗ ਪਿਆ ਕਿ ਮੈਨੂੰ ਨਾ ਦਿਨੇ ਕੋਈ ਮਾਰੇ, ਨਾ ਰਾਤ ਨੂੰ ਮਾਰੇ, ਨਾ ਅਸਤਰ ਨਾਲ, ਨਾ ਸ਼ਸਤਰ ਨਾਲ। ਆਖਿਰਕਾਰ ਤਾਂ ਉਹਦੀ ਮੌਤ ਤਾਂ ਆਉਣੀ ਸੀਗੀ, ਪਰ ਉਹਨੇ ਮੰਗਾਂ ਇਹੋ ਜਿਹੀਆਂ ਕੀਤੀਆਂ, ਆਪਣੇ ਆਪ ਨੂੰ ਭਗਵਾਨ ਸਮਝਣ ਲੱਗ ਪਿਆ ਬਾਅਦ 'ਚ। ਫਿਰ ਮਹਾਰਾਜ ਨੇ ਨਰਸਿੰਘ ਦਾ ਰੂਪ ਧਾਰਨ ਕਰਕੇ ਉਹਨੂੰ ਖਤਮ ਕੀਤਾ। ਹੁਣ ਇਹੀ ਜਿਹੜਾ ਦਹਿਸਰ ਆ ਰਾਵਣ, ਇਹ ਹੰਕਾਰਿਆ ਸੀਗਾ, ਇਹ ਸੀਤਾ ਨੂੰ ਚੱਕ ਕੇ ਲੈ ਗਿਆ, ਬਾਅਦ 'ਚ ਇਹਨੂੰ ਰੋਣਾ ਪਿਆ। ਗੁਰਬਾਣੀ 'ਚ ਸਾਰਾ ਦੱਸਿਆ ਹੋਇਆ। ਤਾਂ ਮਹਾਰਾਜ ਨੇ ਫਿਰ ਦੱਸਿਆ ਹੋਇਆ ਕਿ ਇਹ ਦੈਂਤ ਦੀ ਨਿਆਇ ਸੀ, ਇਹ ਦੈਂਤ ਸੀਗਾ। ਕਹਿੰਦੇ ਭੂਲਾ ਦੈਂਤ ਨਾ ਸਮਝੀ, ਤਿੰਨ ਪ੍ਰਭ ਕੀਏ ਕਾਮ, ਨਾਨਕ ਵੇ ਪ੍ਰਵਾਹੋ ਸੋ ਕਿਰਤ ਨਾ ਮਿਟੀ ਰਾਮ। ਕਹਿੰਦੇ ਕਿ ਭੁੱਲਾ ਦੈਂਤ ਸੀਗਾ, ਤੇ ਇਹਨੂੰ ਇਹ ਨਹੀਂ ਸਮਝ ਸੀ ਕਿ ਪ੍ਰਮਾਤਮਾ ਨੇ ਇਹਦੇ ਸਾਰੇ ਕਾਰਜ ਕੀਤੇ। ਪਰ ਫਿਰ ਪ੍ਰਮਾਤਮਾ ਇੱਦਾਂ ਦੇ ਜਿਹੜੇ ਜੀਵ ਆ, ਇਹਨਾਂ ਨੂੰ ਮਾਰਨ ਵਾਸਤੇ ਕੋਈ ਨਾ ਕੋਈ ਵਿਧ ਵੀ ਬਣਾ ਦਿੰਦਾ। ਇੱਦਾਂ ਹੀ ਫਿਰ ਸਾਨੂੰ ਪਤਾ ਇਤਿਹਾਸ ਦੇ ਵਿੱਚ ਰਾਮਚੰਦਰ ਜੀ ਕਿਵੇਂ ਯੁੱਧ ਹੋਇਆ, ਸੀਤਾ ਨੂੰ ਫਿਰ ਰਾਮਚੰਦਰ ਜੀ ਨੇ ਇੱਦਾਂ ਛਡਾਇਆ, ਮਹਾਰਾਜ ਨੇ ਕਿਰਪਾ ਕੀਤੀ। ਉਸ ਵੇਲੇ ਵੀ ਇਹਦੀ ਭਗਤੀ ਸੀਗੀ ਰਾਵਣ ਦੀ ਇੰਨੀ ਕੀਤੀ ਹੋਈ ਕਿ ਇਹਨੂੰ ਫਿਰ ਵੀ ਨਾਭੀ ਤੋਂ ਅੰਮ੍ਰਿਤ ਮਿਲਦਾ ਸੀ। ਜਦੋਂ ਇਹਨੂੰ ਮਾਰਨਾ ਸੀਗਾ, ਤੇ ਉਹ ਜਿਹੜਾ ਭੇਦ ਆ ਰਾਵਣ ਦੇ ਭਰਾ ਭਵੀਖਣ ਨੇ ਦਿੱਤਾ। ਇਹਨੂੰ ਜਦੋਂ ਮਾਰਨ, ਤੀਰੇ ਦੇ ਮਾਰਨ, ਇਹ ਮੁੜ ਕੇ ਫੇਰ ਉੱਠ ਕੇ ਖੜਾ ਹੋ ਜਾਏ। ਇਹ ਸਹਿਜੀ ਕਿਤੇ ਮਾਰਿਆ ਨਹੀਂ ਜਾਂਦਾ ਸੀ। ਭਵੀਖਣ ਨੇ ਰਾਮਚੰਦਰ ਜੀ ਨੂੰ ਫਿਰ ਦੱਸਿਆ ਕਿ ਇਹਨੂੰ ਮਾਰਨ ਦਾ ਤਰੀਕਾ ਇੱਕ ਹੀ ਆ, ਕਿ ਇਹਨੂੰ ਨਾਭੀ ਤੇ ਅੰਮ੍ਰਿਤ ਮਿਲਦਾ ਆ, ਤੇ ਜਿੰਨਾ ਚਿਰ ਤੱਕ ਇਹਦੀ ਸੁਰਤੀ ਉੱਥੋਂ ਟੁੱਟਦੀ ਨਹੀਂ, ਉਹਨਾਂ ਚਿਰ ਮਾਰਿਆ ਨਹੀਂ ਜਾ ਸਕਦਾ। ਇਹਦੀ ਸੁਰਤੀ ਕਾਸੇ ਨਾ ਕਾਸੇ ਤਰ੍ਹਾਂ ਤੋੜੋ। ਉੱਥੇ ਫਿਰ ਜਦੋਂ ਰਾਮਚੰਦਰ ਜੀ ਨੇ ਇਹਨੂੰ ਮਾਰਿਆ, ਉਹ ਕੀ ਕੀਤਾ ਕਿ ਉਹਨਾਂ ਨੇ ਇੱਕ ਬਾਣ ਖਾਲੀ ਛੱਡਿਆ ਸੀਗਾ ਇਸ ਆਕਾਸ਼ ਦੇ ਵਿੱਚ। ਜਿਹੜੇ ਇੱਥੇ ਸੁਣ ਵਿੱਚ ਦੇਵੀ ਦੇਵਤੇ ਆ, ਉਹਨਾਂ ਨੇ ਸ਼ੋਰ ਮਚਾਇਆ। ਜਦੋਂ ਸ਼ੋਰ ਮਚਾਇਆ ਤੇ ਆਵਾਜ਼ ਉੱਚੀ ਉੱਚੀ ਆਈ ਆਲੇ ਦੁਆਲਿਓਂ, ਤੇ ਜਿਹੜਾ ਰਾਵਣ ਸੀਗਾ ਇਹਦਾ ਧਿਆਨ ਟੁੱਟ ਗਿਆ ਨਾਭੀ ਤੋਂ।
ਉਹ ਆਲੇ ਦੁਆਲੇ ਦੇਖਣ ਲੱਗਾ ਤੇ ਅਗਲਾ ਤੀਰ ਰਾਮਚੰਦਰ ਜੀ ਨੇ ਇਹਦੇ ਨਾਭੀ ਦੇ ਵਿੱਚ ਮਾਰਿਆ। ਜਿੰਨਾ ਚਿਰ ਤੱਕ ਇਹਦਾ ਧਿਆਨ ਨਹੀਂ ਟੁੱਟਦਾ ਸੀ, ਇਹ ਹਾਰ ਨਹੀਂ ਸਕਦਾ ਸੀ, ਸ਼ਿਕਸਤ ਨਹੀਂ ਖਾ ਸਕਦਾ ਸੀ। ਤੇ ਰਾਮਚੰਦਰ ਜੀ ਨੇ ਫਿਰ ਇਹ ਵਿਧੀ ਅਪਣਾ ਕੇ ਇਹਦਾ ਧਿਆਨ ਉੱਥੋਂ ਤੋੜ ਕੇ, ਖਾਲੀ ਬਾਣ ਛੱਡ ਕੇ, ਫਿਰ ਉੱਥੇ ਨਾਭੀ ਤੇ ਇਹਦੇ ਤੀਰ ਮਾਰਿਆ। ਇਹ ਫਿਰ ਰਾਵਣ ਇਸ ਤਰੀਕੇ ਦੇ ਨਾਲ ਪੂਰਾ ਹੋਇਆ। ਤੇ ਮਹਾਰਾਜ ਨੇ ਸਾਨੂੰ ਸਮਝਾ ਦਿੱਤਾ ਇਹੀ ਗਿਆਨ ਦੇ ਕੇ ਬਾਹਰ ਦਾ ਉਦਾਹਰਨ, ਕਿ ਸਾਡਾ ਜਿਹੜਾ ਹਾਲਤ ਹੈ ਸਾਡੇ ਮਨ ਦੀ, ਉਹ ਸਿਮਿਲਰ ਆ ਜਿਵੇਂ ਸੀਤਾ ਨੂੰ ਕੈਦ ਕੀਤਾ ਸੀਗਾ ਲੰਕਾ ਦੇ ਵਿੱਚ ਰਾਵਣ ਨੇ, ਇੱਦਾਂ ਹੀ ਸਾਡਾ ਜਿਹੜਾ ਮਨ ਆ, ਸਾਡੀ ਸੁਰਤੀ, ਇਸ ਨੂੰ ਕਾਲ ਨੇ ਬੰਨ੍ਹ ਲਿਆ ਹੋਇਆ ਹੈ ਤ੍ਰੈਗੁਣਾਂ ਦੇ ਵਿੱਚ। ਤੇ ਉਹ ਉਦਾਹਰਨ ਦੇ ਦਿੱਤੀ ਰਾਮਚੰਦਰ ਦੀ, ਵਿਭੀਖਣ ਦੀ ਤੇ ਰਾਵਣ ਦੀ। ਸੋ ਇੱਥੇ ਬਾਹਰਲੇ ਉਦਾਹਰਨ ਦੇ ਕੇ ਮਹਾਰਾਜ ਸਾਨੂੰ ਬ੍ਰਹਮ ਦਾ ਗਿਆਨ ਸਮਝਾ ਰਿਹਾ ਅੰਦਰਲਾ। ਤੇ ਕਿਵੇਂ ਦੱਸਦੇ ਆ, ਗੁਰਬਾਣੀ ਵਿੱਚ ਮਹਾਰਾਜ ਸਮਝਾਉਂਦੇ ਨੇ, ਗੁਰਮੁਖ ਬੰਦਿਓ ਸੇਤ ਵਿਧਾਤਾ। ਜਿਹੜਾ ਗੁਰਮੁਖ ਆ ਉਹ ਸਾਨੂੰ ਪਰਮਾਤਮਾ ਦੇ ਨਾਲ, ਵਿਧਾਤੇ ਦੇ ਨਾਲ ਮਿਲਾ ਦਿੰਦਾ। ਲੰਕਾ ਲੂਟੀ ਦੈਤ ਸੰਤਾਪੈ। ਜਿਹੜੀ ਲੰਕਾ ਆ ਉਹਨੂੰ ਲੁੱਟ ਲਿਆ, ਦੈਂਤ ਜਿਹੜੇ ਆ ਉਹ ਸੰਤਾਪ ਪ੍ਰਗਟ ਕਰਦੇ ਆ। ਜਿਹੜੀ ਸਾਡੀ ਸੁਰਤੀ ਆ, ਇਹ ਸੀਤਾ ਦੀ ਨਿਆਈ ਆ, ਇਹਨੂੰ ਤ੍ਰੈਗੁਣਾਂ ਦੇ ਵਿੱਚ ਕਾਲ ਨੇ ਬੰਨ੍ਹ ਲਿਆ, ਜਿਹਨੂੰ ਮਹਾਰਾਜ ਕਹਿੰਦੇ ਸਭ ਜਗ ਬਾਧੋ ਕਾਲ ਕੋ, ਬਿਨ ਗੁਰ ਕਾਲ ਅਫਾਰ। ਜਿਵੇਂ ਰਾਵਣ ਸੀਤਾ ਨੂੰ ਚੱਕ ਕੇ ਲੰਕਾ ਲੈ ਗਿਆ ਸੀ, ਇੱਦਾਂ ਹੀ ਸਾਡੀ ਜਿਹੜੀ ਸੁਰਤੀ ਆ ਗਈ ਹੈ ਤ੍ਰੈਗੁਣਾਂ ਦੇ ਵਿੱਚ, ਤ੍ਰਿਲੋਕੀ ਦੇ ਵਿੱਚ, ਇਹ ਸਿਰਫ ਰਜੋਗੁਣ, ਤਮੋਗੁਣ, ਸਤੋਗੁਣ ਤੱਕ ਸੀਮਿਤ ਰਹਿੰਦੀ ਹੈ। ਇੱਥੇ ਇਹ ਕਾਲ ਦੇ ਕੈਦ ਵਿੱਚ ਆ। ਹੁਣ ਜਿੰਨਾ ਚਿਰ ਉਹ ਕਾਲ ਰਾਵਣ ਨੂੰ ਖਤਮ ਨਾ ਕੀਤਾ ਜਾਏ, ਉਹਨਾਂ ਚਿਰ ਤੱਕ ਅਸੀਂ ਇੱਥੋਂ ਨਿਕਲ ਨਹੀਂ ਸਕਦੇ। ਪਰ ਉਹਨੂੰ ਖਤਮ ਕਰਨ ਵਾਸਤੇ ਵਿਭੀਖਣ ਤੋਂ ਭੇਦ ਲੈਣਾ ਪੈਂਦਾ ਹੈ। ਵਿਭੀਖਣ ਉਹ ਤੋਂ ਭੇਦ ਲਓਗੇ ਤਾਂ ਫਿਰ ਅਸੀਂ ਇੱਥੋਂ ਨਿਕਲ ਸਕਦੇ ਹਾਂ। ਵਿਭੀਖਣ ਫਿਰ ਕਿਹਨੂੰ ਕਹਿ ਦਿੱਤਾ? ਇਹਨੂੰ ਕਹਿ ਦਿੱਤਾ ਜਿਹੜਾ ਗੁਰਮੁਖ ਆ, ਜਿਹਨੇ ਆਪਣੇ ਕਾਇਆ ਦੀ ਖੋਜ ਕੀਤੀ ਹੈ, ਜਿਹਨੂੰ ਪਤਾ ਹੈ ਤ੍ਰੈਗੁਣ ਕਿੱਥੇ ਹੈ, ਜਿਹਨੂੰ ਪਤਾ ਹੈ ਕਿ ਤ੍ਰੈਗੁਣਾਂ ਤੋਂ ਅਤੀਤ ਕਿਵੇਂ ਹੋਣਾ ਹੈ। ਮਹਾਰਾਜ ਕਹਿੰਦੇ ਆ, ਗੁਰਮੁਖ ਹੋਵੇ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਏ। ਕਿ ਜਿਹੜੇ ਗੁਰਮੁਖ ਆ ਉਹਨਾਂ ਨੇ ਆਪਣੀ ਕਾਇਆ ਦੀ ਖੋਜ ਕਰ ਲਈ, ਬਾਕੀ ਸਾਰਾ ਜਿਹੜਾ ਦ੍ਰਿਸ਼ਟਮਾਨ ਦਾ ਗਿਆਨ ਹੈ ਭਰਮ ਹੀ ਆ, ਭੁਲੇਖਾ ਆ। ਗੁਰਮੁਖ ਜਨ ਜਿਹੜੇ ਆ ਉਹ ਅਸਲੀ ਗਿਆਨ ਜਿਹੜਾ ਆ ਹਾਸਲ ਕਰਦੇ ਆ ਬ੍ਰਹਮ ਦਾ, ਅਤੇ ਉਹ ਭੇਦ ਲੈਂਦੇ ਆ ਇਸ ਤਰੀਕੇ ਦੇ ਨਾਲ ਕਿ ਪਰਮਾਤਮਾ ਦੇ ਨਾਲ ਮਿਲਾਪ ਹੋਵੇ। ਜਦੋਂ ਗੁਰਮੁਖ ਜਨ ਆਪਣੀ ਖੋਜ ਕਰ ਲੈਂਦੇ ਆ, ਉਹ ਫਿਰ ਦੂਜਿਆਂ ਨੂੰ ਵੀ ਸੁਣਾਉਂਦੇ ਆ ਕਿ ਦੂਜਿਆਂ ਦੀ ਵੀ ਹਾਲਤ ਉਹੀ ਹੁੰਦੀ ਹੈ, ਸਾਰੀ ਸੁਰਤੀਆਂ ਇੱਥੇ ਤ੍ਰੈਗੁਣਾਂ ਚਾਹੀਆਂ ਹੁੰਦੀਆਂ। ਗੁਰਮੁਖ ਜਨ ਆਪਣੇ ਮਨ ਨੂੰ ਤ੍ਰੈਗੁਣਾਂ ਤੋਂ ਅਤੀਤ ਕਰਕੇ ਦੂਜਿਆਂ ਨੂੰ ਫਿਰ ਸਮਝਾਉਂਦੇ ਕਿ ਤੁਸੀਂ ਵੀ ਇੱਥੋਂ ਕਿਵੇਂ ਨਿਕਲ ਸਕਦੇ ਆ। ਇਹ ਇੱਕ ਮਰਿਆਦਾ ਹੈ। ਮਹਾਰਾਜ ਦੱਸਦੇ ਨੇ, ਕਹਿੰਦੇ ਲੰਕਾ ਲੂਟੀ ਦੈਤ ਸੰਤਾਪੈ, ਰਾਮਚੰਦ ਮਾਰਿਓ ਇਹ ਰਾਵਣ। ਕਹਿੰਦੇ ਰਾਮਚੰਦਰ ਨੇ ਰਾਵਣ ਨੂੰ ਖਤਮ ਕਰ ਲਿਆ। ਭੇਦ ਵਿਭੀਖਣ ਗੁਰਮੁਖ ਪਰਚਾਇਣ, ਕਿ ਉਹ ਭੇਦ ਦਿੱਤਾ ਕਿਵੇਂ ਕਾਲ ਨੂੰ ਮਾਰਨਾ ਵਿਭੀਖਣ ਨੇ। ਜਿਵੇਂ ਦ੍ਰਿਸ਼ਟਮਾਨ ਦੇ ਵਿੱਚ ਵਿਭੀਖਣ ਨੇ ਰਾਮਚੰਦਰ ਜੀ ਨੂੰ ਦੱਸਿਆ ਰਾਵਣ ਨੂੰ ਕਿਵੇਂ ਮਾਰਨਾ, ਇੱਦਾਂ ਹੀ ਜਦੋਂ ਸਾਨੂੰ ਕੋਈ ਗੁਰਮੁਖ ਜਨ ਸਮਝਾਉਂਦਾ ਆ ਕਿ ਕਿਵੇਂ ਅਸੀਂ ਕਾਲ ਨੂੰ ਖਤਮ ਕਰ ਸਕਦੇ ਹਾਂ, ਕਿਵੇਂ ਅਸੀਂ ਇਸ ਤ੍ਰੈਗੁਣਾਂ ਤੋਂ ਲੰਕਾ 'ਚੋਂ ਨਿਕਲ ਸਕਦੇ ਹਾਂ, ਕਿਵੇਂ ਇਸ ਤੋਂ ਅਸੀਂ ਅਤੀਤ ਹੋ ਸਕਦੇ ਹਾਂ, ਫਿਰ ਸਾਡੀ ਜਿਹੜੀ ਸੁਰਤੀ ਹੈ ਇੱਥੋਂ ਨਿਕਲਦੀ ਹੈ। ਇੱਥੇ ਦੋ ਚੀਜ਼ਾਂ ਸਮਝਣ ਵਾਲੀਆਂ ਆ ਖਾਸ ਕਰਕੇ, ਕਿ ਰਾਮਚੰਦਰ ਜੀ ਉਹ 14 ਕਲਾ ਸੰਪੂਰਨ ਅਵਤਾਰ ਸਨ, 14 ਕਲਾ ਸੰਪੂਰਨ ਸਨ, ਅਤੇ ਫਿਰ ਵੀ ਉਹਨਾਂ ਨੂੰ ਵਿਭੀਖਣ ਤੋਂ ਗਿਆਨ ਹਾਸਲ ਹੋਇਆ, ਫਿਰ ਉਹਨਾਂ ਨੇ ਰਾਵਣ ਨੂੰ ਮਾਰਿਆ। ਸਾਡੀ ਜਿਹੜੀ ਆਤਮਾ ਆ ਇਹਨੂੰ ਵੀ ਆਤਮਾ ਰਾਮ ਕਹਿ ਦਿੱਤਾ ਆ। ਜਿੰਨਾ ਕੁ ਗਿਆਨ ਇਹਨੂੰ ਮਿਲਦਾ ਆ, ਜਿੰਨਾ ਕੁ ਗਿਆਨ ਸਾਨੂੰ ਪ੍ਰਾਪਤ ਹੁੰਦਾ ਹੈ, ਉਹਦਾ ਇਸਤੇਮਾਲ ਕਰਕੇ ਫਿਰ ਅਸੀਂ ਇੱਥੋਂ ਨਿਕਲ ਸਕਦੇ ਹਾਂ। ਤਾਂ ਹੀ ਸੰਗਤ ਕਰਨੀ ਜ਼ਰੂਰੀ ਆ, ਕਿਉਂਕਿ ਇੱਥੇ ਮਹਾਰਾਜ ਨੇ ਮਾਇਆ ਦਾ ਦੇਸ਼ ਬਣਾਇਆ ਹੋਇਆ ਆ। ਸਤਿਗੁਰੂ ਕੋਲ ਤਾਂ ਪੂਰਾ ਭੇਦ ਹੁੰਦਾ ਆ, ਪਰ ਸਾਰੇ ਸਤਿਗੁਰੂ ਦੀ ਅਵਸਥਾ 'ਤੇ ਨਹੀਂ ਹੁੰਦੇ। ਆਮ ਜੀਵ ਹਾਂ ਅਸੀਂ ਸਾਰੇ, ਸਾਨੂੰ ਸਤਿਗੁਰੂ ਪਾਸੋਂ ਗਿਆਨ ਲੈਣਾ ਪੈਂਦਾ ਆ।
ਉਹ ਸੰਗਤ ਵਿੱਚ ਉਹ ਸਾਨੂੰ ਪ੍ਰਾਪਤ ਹੁੰਦਾ ਆ, ਜਿਹਨੂੰ ਮਹਾਰਾਜ ਕਹਿੰਦੇ ਆ ਸਤ ਸੰਗਤ ਸਤਿਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ। ਉਸ ਗਿਆਨ ਦਾ ਫਿਰ ਇਸਤੇਮਾਲ ਕਰਕੇ ਅਸੀਂ ਇੱਥੋਂ ਨਿਕਲ ਸਕਦੇ ਹਾਂ। ਹੁਣ ਕਈ ਕਹਿੰਦੇ ਕਿ ਅਸੀਂ ਸੰਗਤ ਕਰਦੇ ਹਾਂ, ਉਹ ਗੁਰਬਾਣੀ ਪੜ੍ਹਦੇ ਆ, ਕਈ ਗਾਉਂਦੇ ਆ, ਪਰ ਫਿਰ ਮੁੜ ਕੇ ਗਾ ਕੇ ਪੜ੍ਹ ਕੇ ਘਰ ਨੂੰ ਚਲੇ ਜਾਂਦੇ, ਸਮਝਦਾ ਕੋਈ ਵੀ ਨਹੀਂ। ਅਤੇ ਉਹ ਜਿੰਨਾ ਚਿਰ ਉਹ ਗਿਆਨ ਨੂੰ ਤੁਸੀਂ ਸਮਝਦੇ ਨਹੀਂ, ਵਿਚਾਰਦੇ ਨਹੀਂ, ਅਤੇ ਫਿਰ ਤੁਸੀਂ ਇੱਥੋਂ ਨਿਕਲਣਾ ਕਿਵੇਂ ਆ? ਤਾਂ ਹੀ ਸੰਗਤ ਕਰਨੀ ਬਹੁਤ ਜ਼ਰੂਰੀ ਹੈ ਸਾਡੇ ਲਈ। ਇੱਥੇ ਰਾਮਚੰਦਰ ਜੀ ਨੂੰ ਵਿਭੀਖਣ ਨੇ ਜਿੱਦਾਂ ਦ੍ਰਿਸ਼ਟਮਾਨ 'ਚ ਸਮਝਾਇਆ, ਫਿਰ ਗੁਰਮੁਖ ਜਨ ਜਿਹੜੇ ਵਿਭੀਖਣ ਨੇ ਉਹ ਸਾਨੂੰ ਸਮਝਾਉਂਦੇ ਆ ਕਿ ਕਿਵੇਂ ਤੁਸੀਂ ਇਸ ਕਾਲ ਨੂੰ, ਜਿੱਥੇ ਤੁਸੀਂ ਕੈਦ ਹੋਏ ਆ ਤ੍ਰੈ ਗੁਣਾਂ ਦੇ ਵਿੱਚ, ਕਾਲ ਨੂੰ ਕਿਵੇਂ ਮਾਰ ਸਕਦੇ, ਤ੍ਰੈ ਗੁਣਾਂ ਤੋਂ ਤੁਸੀਂ ਅਤੀਤ ਕਿਵੇਂ ਹੋ ਸਕਦੇ। ਅਤੇ ਉਹ ਅਸੀਂ ਗੁਰਬਾਣੀ 'ਚ ਫਿਰ ਪੜ੍ਹਦੇ ਹਾਂ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਕਿ ਇਹ ਜਿਹੜਾ ਕਾਲ ਆ ਇਹ ਉਦੋਂ ਮਰਦਾ ਆ ਜਦੋਂ ਪੰਜ ਸ਼ਬਦ ਪ੍ਰਗਟ ਹੋ ਜਾਣ। ਇਹਦੇ ਜਿਹੜੇ ਦੈਂਤ ਨੇ, ਜਿਨ੍ਹਾਂ ਨੇ ਇੱਥੇ ਸਾਡੇ ਸੁਰਤੀ ਨੂੰ ਸੰਤਾਪ ਵਿੱਚ ਰੱਖਿਆ ਹੋਇਆ ਹੈ ਤ੍ਰੈ ਗੁਣਾਂ ਦੇ ਵਿੱਚ, ਉਹ ਹੈ ਕਾਮ ਕ੍ਰੋਧ ਲੋਭ ਹੰਕਾਰ। ਇਹ ਵਸ ਵਿੱਚ ਉਦੋਂ ਆਉਂਦੇ ਜਦੋਂ ਪੰਜ ਸ਼ਬਦ ਵੱਜਦੇ ਆ। ਪੰਜਾਂ ਸ਼ਬਦਾਂ ਤੱਕ ਕਿਵੇਂ ਪਹੁੰਚਣਾ ਆ, ਉਹ ਹੈ ਤੁਸੀਂ ਗੁਰਮੰਤਰ ਦਾ ਅਭਿਆਸ ਕਰਨਾ, ਇਸ ਤਰੀਕੇ ਦੇ ਨਾਲ ਸੁਣ ਵਿੱਚ ਜਾਣਾ ਹੈ, ਅਤੇ ਉੱਥੇ ਵਾਰ-ਵਾਰ ਜਾ ਕੇ ਅੰਦਰੋਂ ਤੁਹਾਨੂੰ ਆਵਾਜ਼ ਆਊਗੀ, ਉਸ ਆਵਾਜ਼ ਦੇ ਨਾਲ ਆਪਣੀ ਸੁਰਤੀ ਨੂੰ ਜੋੜਨਾ ਹੈ। ਭੇਦ ਵਿਭੀਖਣ ਗੁਰਮੁਖ ਪਰਚਾਇਣ, ਗੁਰਮੁਖ ਸਾਇਰ ਪਾਹਣ ਤਾਰੇ, ਗੁਰਮੁਖ ਕੋਟ 33 ਸੁਧਾਰੇ। ਕਹਿੰਦੇ ਕਿ ਜਿਹੜੇ ਗੁਰਮੁਖ ਆ ਉਹ ਪੱਥਰ ਨੂੰ ਵੀ ਤਾਰ ਦਿੰਦੇ ਆ, ਅਤੇ 33 ਕਰੋੜ ਦੇਵੀ ਦੇਵਤਾ ਦਾ ਵੀ ਉਧਾਰ ਕਰ ਦਿੰਦੇ ਆ। ਇਹ ਭੇਦ ਗੁਰਬਾਣੀ ਦੇ ਵਿੱਚ ਸਾਨੂੰ ਮਹਾਰਾਜ ਨੇ ਦਿੱਤਾ ਹੋਇਆ ਕਿ ਅਸੀਂ ਫਿਰ ਸਮਝੀਏ ਕਿ ਇੱਦਾਂ ਦੇ ਲੋਕ ਹੋਏ ਆ ਸੰਸਾਰ ਦੇ ਵਿੱਚ, ਬੜੇ ਵਿਗਿਆਨੀ। ਇਹ ਸਾਨੂੰ ਭਰਮ ਨਾ ਪੈ ਜਾਏ ਕਿਤੇ ਕਿ ਅਸੀਂ ਸ਼ਾਇਦ ਵਿਗਿਆਨ ਇਕੱਤਰ ਕਰਨੇ ਹੀ ਆਏ ਹਾਂ। ਨਹੀਂ, ਮਹਾਰਾਜ ਨੇ ਸਾਨੂੰ ਸਮਝਾਇਆ ਕਿ ਵਿਗਿਆਨ ਜ਼ਰੂਰੀ ਆ, ਪਰ ਇਸ ਤੋਂ ਜ਼ਿਆਦਾ ਜ਼ਰੂਰੀ ਹੈ ਬ੍ਰਹਮ ਦਾ ਗਿਆਨ। ਅਸੀਂ ਬ੍ਰਹਮ ਦਾ ਗਿਆਨ ਜਿਹੜਾ ਆ ਉਸ ਨੂੰ ਇਸਤੇਮਾਲ ਕਰਕੇ ਅਸੀਂ ਪ੍ਰਮਾਤਮਾ ਦੇ ਨਾਲ ਮਿਲਾਪ ਕਰਨਾ ਆ। ਜਦੋਂ ਫਿਰ ਅਸੀਂ ਕਿਸੇ ਜੀਵ ਨੂੰ ਸੁਣਦੇ ਹਾਂ ਸੰਸਾਰ ਵਿੱਚ, ਜਿਹੜੇ ਕਹਿ ਦਿੰਦੇ ਆ ਕਿ ਜੀ ਡਾਕਟਰ ਹੀ ਭਗਤ ਆ, ਸਾਇੰਟਿਸਟ ਹੀ ਭਗਤ ਆ, ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਇਹਨਾਂ ਨੂੰ ਭਗਤੀ ਦਾ ਭੇਦ ਨਹੀਂ ਹੈ। ਸਾਨੂੰ ਕੋਈ ਭੁਲੇਖੇ 'ਚ ਨਹੀਂ ਪਾ ਸਕਦਾ ਕਿ ਭਗਤ ਕਰਨ ਵਾਲਾ ਉਹ ਆ ਜਿਹੜਾ ਪ੍ਰਮਾਤਮਾ ਨਾਲ ਜੁੜਦਾ, ਨਾਮ ਨਾਲ ਜੁੜਦਾ, ਉੱਥੋਂ ਭਗਤੀ ਸ਼ੁਰੂ ਹੁੰਦੀ ਹੈ। ਸੋ ਅਜਿਹੀਆਂ ਹੀ ਬੇਨਤੀਆਂ ਸਨ। ਜੇ ਬੋਲਦਿਆਂ ਹੋਇਆ ਕੋਈ ਵੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮਾफ़ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।